ਭਾਜੀ ਨੇ ਕਿਹਾ ਸੀ ਕਿ ਹਰਮਨ ਭਾਜੀ ਆਪਣੇ ਬਾਰੇ ਮਾੜੀ ਜਿਹੀ ਇਨਫੋਰਮੇਸ਼ਨ ਦੱਸੋਗੇ, ਫਿਰ ਆਪਣੇ ਜਿੰਨੇ ਸਾਰੇ ਮੈਂਬਰ ਮਾੜਾ ਇਨਫੋਰਮੇਸ਼ਨ ਦੱਸ ਦੋਗੇ ਆਪਣੇ ਬਾਰੇ ਤੇ ਆਪਣੇ ਲਾਇਸੈਂਸ ਬਾਰੇ, ਜਿਹੜੇ ਐਕਸਪਰਟ ਆ ਦੇ ਨਾਲ ਹੈਗੇ ਆ। ਹਾਂਜੀ ਦੱਸੋ। ਹਾਂਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਐਕਸਪਰਟ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਨਹੀਂ ਹੈ, ਐਕਸਪੀਰੀਅੰਸ ਵੀ ਨਹੀਂ ਹੈ। ਮੈਂ ਬੇਸਿਕਲੀ ਸੌਫਟਵੇਅਰ ਇੰਜੀਨੀਅਰ ਹਾਂ। ਰੀਸੈਂਟਲੀ 5-4 ਮਹੀਨੇ ਪਹਿਲਾਂ ਮੈਂ ਆਈ ਗੌਟ ਦਿਸ ਜਿਹੜਾ ਮੇਰਾ ਰੀਅਲ ਸਟੇਟ ਦਾ ਮੈਂ ਪਰਮਿਟ ਲਿਆ ਹੈਗਾ। ਬਟ ਮੈਂ ਬਹੁਤ ਪਿਆਰ ਨਾਲ, ਬੜੀ ਸ਼ਿੱਦਤ ਨਾਲ ਇਹਦੀ ਜਿਹੜੀ ਚੀਜ਼ਾਂ ਪੜ੍ਹਨ ਵਾਲੀਆਂ ਉਹ ਪੜ੍ਹੀਆਂ ਹੈਗੀਆਂ। ਬਹੁਤ ਜਿਹੜਾ ਸਾਡੇ ਕੋਚ ਸੀ ਜਿਹਦੇ ਤੋਂ ਮੈਂ ਟ੍ਰੇਨਿੰਗ ਵਗੈਰਾ ਲਈ ਆ, ਉਹ ਬੰਦਾ ਉਹ ਬਹੁਤ ਲੈਜੈਂਡ ਬੰਦਾ ਹੈਗਾ। ਉਹ ਜਿਹੜੇ ਬੰਦੇ ਨੇ ਉਹਨੇ ਇੰਟਰਨਲ ਗੱਲਾਂ ਬਹੁਤ ਦੱਸੀਆਂ, ਮੈਂ ਉਹਦੇ ਨਾਲ ਬੈਠ ਕੇ ਉਹ ਗੱਲਾਂ ਸਮਝੀਆਂ। ਸੋ ਸਿਰਫ ਇੰਨਾ ਕੁ ਹੈਗਾ ਕਿ ਆਪਾਂ ਵੀਰ ਸਾਰੇ ਇਕੱਠੇ ਹੋਏ ਹਾਂ। ਥੋੜਾ ਜਿਹਾ ਜਿਵੇਂ ਕਿਤਾਬਾਂ ਵੱਧ ਪੜ੍ਹ ਕੇ ਪਰਮਿਟ ਮੇਰਾ ਲਿਆ, ਚਲੋ ਮੈਂ ਥੋੜ੍ਹੀਆਂ ਚੀਜ਼ਾਂ ਵੱਧ ਸਿੱਖੀਆਂ। ਆਪਾਂ ਬੈਠਦੇ ਹਾਂ, ਆਪਾਂ ਸਾਰੇ ਇੱਕ ਦੂਜੇ ਨਾਲ ਡਿਸਕਸ ਕਰਦੇ ਹਾਂ, ਤੇ ਜਿੰਨੀ ਕੁ ਗੱਲ ਮੈਨੂੰ ਹੋਊਗੀ ਮੈਂ ਸਾਰਿਆਂ ਦੇ ਆਨਸਰ ਦਊਂਗਾ, ਸਾਰਿਆਂ ਨਾਲ ਗੱਲ ਕਰੂੰਗਾ। ਜਿੰਨੇ ਕਿ ਮੇਰੇ ਹੋਰ ਵੀਰਾਂ ਨੂੰ ਵੱਧ ਐਕਸਪੀਰੀਅੰਸ ਹੋਊਗਾ ਉਹ ਸਾਰੇ ਵੈਲਕਮ ਆ। ਪਲੀਜ਼ ਆਪਦਾ ਐਕਸਪੀਰੀਅੰਸ ਸ਼ੇਅਰ ਕਰਨ। ਮੇਰਾ ਨਾਮ ਹਰਮਨਦੀਪ ਸਰਾਂ ਹੈ। ਅਸਲ ਵਿੱਚ ਜਿਹੜਾ ਮੇਨ ਮੇਰਾ ਕੰਮ ਹੈਗਾ, ਮੈਂ ਸੌਫਟਵੇਅਰ ਇੰਜੀਨੀਅਰ ਹਾਂ। ਇੰਨੀ ਕੁ ਮੇਰੀ ਇੰਟਰੋਡਕਸ਼ਨ। ਥੈਂਕ ਯੂ। ਸਾਡੇ ਨਾਲ ਜੁਆਇਨ ਕੀਤਾ ਹਰਜੀਤ ਸਿੰਘ ਭਾਜੀ ਨੇ। ਸਤਿ ਸ੍ਰੀ ਅਕਾਲ ਹਰਜੀਤ ਸਿੰਘ, ਇਹ ਵੀ ਆਪਣੇ ਨਾਲ ਜੁਆਇਨ ਹੋ ਗਏ ਨੇ। ਸਤਿ ਸ਼੍ਰੀ ਅਕਾਲ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਕੀ ਹਾਲ ਚਾਲ ਹੈ? ਸੋ ਹਾਂਜੀ ਭਾਜੀ, ਥੋੜਾ ਜਿਹਾ ਆਪਾਂ ਸਟਾਰਟ ਕਰ ਦਈਏ ਆਪਣਾ। ਅੱਜ ਮੇਨ ਕੁਐਸਚਨ ਤਾਂ ਸ਼ੁਰੂਆਤ ਇਹੀ ਹੈ ਕਿ ਰੀਅਲ ਸਟੇਟ ਬਾਰੇ ਭਾਜੀ ਅੱਜ ਕੱਲ੍ਹ ਦੇ ਹਾਲਾਤ ਕਿੱਦਾਂ ਦੇ ਆ, ਰੀਅਲ ਸਟੇਟ ਮਾਰਕੀਟ ਕਿਵੇਂ ਚੱਲ ਰਹੀ ਆ, ਜਾਂ ਫਿਰ ਇਹਦੇ ਬਾਰੇ ਕੁਝ ਦੱਸੋ ਪਹਿਲਾਂ ਵੀ ਨੈਕਸਟ ਕੁਐਸਚਨ ਆਊਗਾ। ਹਾਂਜੀ ਕੋਈ ਨਹੀਂ। ਤੇ ਸਭ ਤੋਂ ਪਹਿਲਾਂ ਕਿਵੇਂ ਲੈ ਸਕਦੇ ਹੋ ਬਾਅਦ ਚ? ਹਾਂਜੀ ਹਾਂ, ਮੈਂ ਨਾ ਬਿਲਕੁਲ ਬੇਸਿਕਸ ਤੋਂ ਸ਼ੁਰੂ ਕਰਦਾ, ਜਿਹੜਾ ਆਪਾਂ ਬਿਲਕੁਲ ਆਪਾਂ ਕਹਿੰਦੇ ਹਾਂ ਬਿਲਕੁਲ ਧਰਤੀ ਤੋਂ। ਦੋ ਚੀਜ਼ਾਂ ਇਹ ਚੀਜ਼ ਨੂੰ ਡਿਫਾਈਨ ਕਰਦੀਆਂ, ਜੇ ਕੋਈ ਪ੍ਰੋਪਰਟੀ ਲੈਣੀ ਹੈ ਜਾਂ ਪ੍ਰੋਪਰਟੀ ਵੇਚਣੀ ਹੈ। ਪਹਿਲੀ ਚੀਜ਼ ਇਹਨੂੰ ਡਿਫਾਈਨ ਕਰਦੀ ਹੈ ਕਿ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਕੀ ਹੈ। ਮਾਰਕੀਟ ਸੈਲਰ ਦੀ ਹੈ ਕਿ ਮਾਰਕੀਟ ਬਾਇਰ ਦੀ ਹੈ। ਕਹਿਣ ਦਾ ਮਤਲਬ ਕਿ ਪ੍ਰਾਈਸਾਂ ਜਿਹੜੀਆਂ ਹੈਗੀਆਂ ਉਹ ਚੜੀਆਂ ਹੋਈਆਂ ਕਿ ਪ੍ਰਾਈਸਾਂ ਉਤਰੀਆਂ ਹੋਈਆਂ। ਪਹਿਲੀ ਚੀਜ਼ ਇਹ ਡਿਫਾਈਨ ਕਰਦੀ ਹੈ ਕਿ ਜੇ ਤਾਂ ਐਸੀ ਮਾਰਕੀਟ ਆਈ ਹੋਈ ਹੈ ਕਿ ਪ੍ਰਾਈਸਾਂ ਬਹੁਤ ਚੜੀਆਂ ਹੋਈਆਂ, ਬਹੁਤ ਵੱਧ ਚੜੀਆਂ ਹੋਈਆਂ, ਉਹਦਾ ਮਤਲਬ ਇਹ ਹੈ ਕਿ ਇਹ ਸੈਲਰ ਦੀ ਮਾਰਕੀਟ ਹੈ ਵੀ, ਕਿਉਂਕਿ ਹਰ ਬੰਦਾ ਚੀਜ਼ ਨੂੰ ਬਾਏ ਕਰਨੀ ਚਾਹੁੰਦਾ ਹੈ। ਤੇ ਜਿਹੜਾ ਸੈਲਰ ਹੈ ਉਹ ਪ੍ਰਾਈਸ ਇੰਨੀ ਉਹਦੀ ਚੜੀ ਹੋਈ ਹੈ ਕਿ ਉਹ ਜਿਹੜੀ ਮਰਜ਼ੀ ਪ੍ਰਾਈਸ ਤੇ ਬਾਏ ਕਰਦਾ ਹੈ। ਇਹ ਹਾਫ ਆਫ ਦਾ ਸਟੇਟਮੈਂਟ ਹੈ। ਨੈਕਸਟ ਹਾਫ ਆਫ ਦਾ ਜਿਹੜੀ ਸਟੇਟਮੈਂਟ ਹੈਗੀ ਆ, ਜਾਂ ਨੈਕਸਟ ਹਾਫ ਆਫ ਦੀ ਕੈਪੇਬਿਲਿਟੀ ਹੈਗੀ ਆ, ਉਹ ਹੈਗੀ ਆ ਲੋਨਸ, ਕਿ ਇੰਟਰਸਟ ਕੀ ਰੇਟ ਚੱਲ ਰਿਹਾ ਹੈ। ਰਾਈਟ, ਜਿਹੜਾ ਇੰਟਰਸਟ ਰੇਟ ਚੱਲ ਰਿਹਾ ਉਹ ਹਿਸਟੋਰੀਕਲੀ ਲੋ ਇੰਟਰਸਟ ਰੇਟ। ਆਮ ਤੌਰ ਤੇ ਇੰਟਰਸਟ ਰੇਟ ਹੁੰਦਾ 4.5, 5.5, ਪਿਛਲੇ ਜੇ 20-25 ਸਾਲਾਂ ਦਾ ਰਿਕਾਰਡ ਐਵਰੇਜ ਕੱਢੀਏ, 5, 6, 4, 5, 3 ਨਹੀਂ ਸੌਰੀ 4, 5, 6, 4, 5, 6, ਇਹ ਇੱਕ ਇੰਟਰਸਟ ਰੇਟ ਹੈ। ਉਦੋਂ ਵੀ ਪਹਿਲਾਂ ਜਿਨ੍ਹਾਂ ਨੇ 2099, 2000 ਦੇ ਵਿੱਚ ਚੀਜ਼ਾਂ ਬਾਏ ਕੀਤੀਆਂ, ਜਾਂ 95, 97 ਚ ਕੀਤੀਆਂ, 10%, 15% ਤੱਕ ਵੀ ਲੋਕਾਂ ਨੇ ਪ੍ਰੋਪਰਟੀਆਂ ਦੀ ਇੰਟਰਸਟ ਰੇਟ ਪੇ ਕੀਤਾ ਹੈ ਉਹਨਾਂ ਟਾਈਮਾਂ ਦੇ ਵਿੱਚ। ਹਾਂਜੀ, ਅੱਜ ਦਾ ਟਾਈਮ ਹੈ ਹਿਸਟੋਰੀਕਲੀ ਲੋ ਇੰਟਰਸਟ ਰੇਟ ਹੈ, 2.6, 2.7, 2.5 ਤੋਂ ਲੈ ਕੇ 3% ਤੱਕ ਇੰਟਰਸਟ ਰੇਟ ਤੇ ਤੁਹਾਨੂੰ ਲੋਨ ਮਿਲ ਰਿਹਾ। ਠੀਕ ਹੈ ਜੀ, ਇਹ ਇੰਨਾ ਲੋ ਇੰਟਰਸਟ ਰੇਟ ਹੈ ਵੀ ਜਿਹੜਾ ਕਿਸੇ ਵੀ ਬਾਇਰ ਨੂੰ ਇਹ ਫੋਰਸ ਕਰਦਾ ਹੈ ਵੀ ਹੁਣ ਅੱਜ ਪ੍ਰੋਪਰਟੀ ਲੈ ਲਓ, ਪੈਸਾ ਹੈ ਚਾਹੇ ਨਹੀਂ ਹੈ, ਉਹਨੂੰ ਇਹ ਫੋਰਸ ਕਰਦਾ ਵੀ ਤੁਸੀਂ ਅੱਜ ਜੇ ਪ੍ਰੋਪਰਟੀ ਲੈਂਦੇ ਹੋ ਤਾਂ ਉਹਦੇ ਕਹਿਣ ਨੂੰ ਮੂਲ ਮੋੜਨਾ ਕੋਈ ਔਖਾ ਨਹੀਂ ਹੁੰਦਾ, ਵਿਆਜ ਹੀ ਮੋੜਨਾ ਔਖਾ ਹੁੰਦਾ ਹੈ। ਵਿਆਜ ਹੈ ਹੀ ਨਹੀਂ, 2.5% ਵਿਆਜ ਹੈ। ਇਹ ਅੱਜ ਤੱਕ ਹਿਸਟੋਰੀਕਲੀ ਲੋ ਇੰਟਰਸਟ ਰੇਟਾਂ ਦੇ ਵਿੱਚ ਇੱਕ ਇੰਟਰਸਟ ਰੇਟ ਹੈ। ਸੋ ਇਟ ਇਜ਼ ਅ ਰੀਅਲੀ ਗੁੱਡ ਮਾਰਕੀਟ ਜੇ ਕਿਸੇ ਬੰਦੇ ਨੇ ਕੋਈ ਚੀਜ਼ ਬਾਏ ਕਰਨੀ ਹੈ। ਜਿਹੜੀਆਂ ਪ੍ਰੋਪਰਟੀਜ਼ ਦੀ ਦੂਸਰੀ ਗੱਲ ਜਿਹੜੀ ਆ, ਪ੍ਰੋਪਰਟੀ ਦੀ ਵੈਲਿਊ। ਪ੍ਰੋਪਰਟੀ ਦੀ ਵੈਲਿਊ ਜਿਹੜੀ ਹੈਗੀ ਆ ਉਹ ਥੋੜੀ ਜੀ ਸੈਲਰਸ ਮਾਰਕੀਟ ਆ। ਥੋੜੀ ਜੀ ਸੈਲਰ ਮਾਰਕੀਟ ਕਿਉਂ ਹੈ? ਕਿਉਂਕਿ ਪ੍ਰੋਪਰਟੀਜ਼ ਦੀ ਇੰਟਰਸਟ ਲੋ ਹੋਣ ਕਰਕੇ ਐਵਰੀਬਡੀ, ਐਂਡ ਇਹ ਕਰੋਨਾ ਦੀ ਸਿਚੁਏਸ਼ਨ ਹੋਣ ਕਰਕੇ ਲੋਕੀ ਅਪਾਰਟਮੈਂਟਾਂ ਚੋਂ ਨਿਕਲ ਕੇ ਆਪਦੇ ਹਾਊਸਿਸ ਦੇ ਵਿੱਚ ਆਉਣਾ ਚਾਹੁੰਦੇ ਆ। ਸੋ ਇਸ ਕਰਕੇ ਲੋਕੀ ਨਿਕਲ ਕੇ ਹਾਊਸ ਬਾਏ ਕਰ ਰਹੇ ਨੇ,
ਇਸ ਕਰਕੇ ਥੋੜੀ ਜਿਹੀ ਪ੍ਰਾਈਸ ਹੈ ਜਿਹੜੀ ਹਾਊਸਿਸ ਦੀ ਉਹ ਥੋੜੀ ਜਿਹੀ ਵਧੀ ਹੋਈ ਹੈ 10% 15% ਵਧੀ ਹੋਈ ਹੈ ਪਰ ਕਿਉਂਕਿ ਇੰਟਰਸਟ ਰੇਟ ਇੰਨੇ ਲੋ ਨੇ it's a good time to buy a property. ਹਾਂਜੀ ਭਾਜੀ ਪਿੱਛੋਂ ਮਾੜੇ ਨਾ ਇੱਕ ਆਵਾਜ਼ ਆ ਰਹੀ ਸੀ ਪਿੱਛੋਂ ਤੇ ਚਲੋ ਕਰੋ ਕੰਟੀਨਿਊ ਹੋਰ ਕਿਸੇ ਨਾਲ ਸਵਾਲ ਪੁੱਛਣਾ ਹੋਵੇ ਪੁੱਛ ਸਕਦੇ ਆ ਭਾਜੀ ਤੋਂ ਹਰਮਨ ਸਾਹਿਬ ਹਾਂਜੀ ਭਾਜੀ ਰੀਫਾਈਨਾਂਸ ਦਾ ਕੀ ਸਿਚੁਏਸ਼ਨ ਹੈ ਅੱਜ ਕੱਲ ਜੇ ਰੀਫਾਈਨਾਂਸ ਕਰਾਉਣਾ ਹੋਵੇ ਰੀਫਾਈਨੈਂਸ ਦਾ ਵੀ ਮੈਂ ਤੁਹਾਨੂੰ ਦੱਸ ਦੇਣਾ ਪਰ ਆਪਣੇ ਨਾਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਆਪਣੇ ਫਸਟ ਕਮਰਸ ਬੈਂਕ ਹੈਗੀ ਆ ਉਸ ਬੈਂਕ ਦੇ CFO ਸਾਰੀ ਫਾਈਨੈਂਸ ਦੇ ਮਾਲਕ ਹੈਗਾ ਪ੍ਰਵਿੰਦਰ ਵਿਰਕ ਉਹ ਆਪਣੇ ਨਾਲ ਹੈਗੇ ਨੇ ਫਾਈਨੈਂਸ ਰਿਲੇਟਡ ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ ਰੀਫਾਈਨੈਂਸਿੰਗ ਕੀ ਹੈਗਾ ਲੌਜੀਕ ਕਿਸ ਤਰੀਕੇ ਨਾਲ ਹੈਗਾ ਪ੍ਰਵਿੰਦਰ ਭਾਜੀ ਆਪਣੇ ਨਾਲ ਨੇ ਉਹ ਇਹ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਆਨਸਰ ਕਰ ਸਕਦੇ ਨੇ ਗੋ ਹੈਡ ਐਂਡ ਇਫ ਯੂ ਹੈਵ ਐਨੀ ਕੁਐਸਚਨਸ ਜਸਟ ਗੋ ਹੈਡ ਐਂਡ ਆਸਕ ਐਂਡ ਇਟਸ ਦ ਪ੍ਰਿਵਿਲੇਜ ਟੂ ਹੈਵ ਹਿਮ ਇਨ ਦ ਕਾਲ ਹੀ ਕੈਨ ਗਿਵ ਯੂ ਅ ਰੀਲੀ ਗੁੱਡ ਆਨਸਰ ਭਾਜੀ ਇੱਕ ਵਾਰੀ ਤੁਸੀਂ ਸਤਿ ਸ਼੍ਰੀ ਅਕਾਲ ਕਹਿ ਕੇ ਸਾਨੂੰ ਥੋੜਾ ਜਿਹਾ ਦੱਸੋ ਕਿ ਤੁਸੀਂ ਹੈਗੇ ਕਾਲ ਚ ਹੈਗੇ ਪ੍ਰਵਿੰਦਰ ਭਾਜੀ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੜਾ ਵਧੀਆ ਤੁਸੀਂ ਹਰਮਨ ਜੀ ਮਤਲਬ ਪ੍ਰੈਜੈਂਟੇਸ਼ਨ ਦੇ ਰਹੇ ਹੋ ਤੇ ਜਿੱਥੇ ਵੀ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਆਪਣੇ ਆਪ ਬੈਂਕਾਂ ਨੂੰ ਮਤਲਬ ਅਪਰੋਚ ਕਰਨ ਦੀ ਜਗ੍ਹਾ ਤੁਸੀਂ ਕਿਸੇ ਵਧੀਆ ਬ੍ਰੋਕਰ ਨਾਲ ਕਨੈਕਟ ਕਰ ਸਕਦੇ ਹੋ ਮਤਲਬ ਬ੍ਰੋਕਰਸ ਨੂੰ ਇੱਕ ਤਾਂ ਇਹ ਹੈ ਕਿ ਉਹਨਾਂ ਅਪ ਟੂ ਡੇਟ ਹੁੰਦੇ ਨੇ ਸਾਰੀ ਇਨਫੋਰਮੇਸ਼ਨ ਨਾਲ ਤੇ ਬਾਕੀ ਉਹਨਾਂ ਨੂੰ ਜਿਹੜੀਆਂ ਬੈਂਕਾਂ ਨੇ ਉਹ ਡੀਲ ਕਰਦੇ ਰਹਿੰਦੇ ਉਹਨਾਂ ਨਾਲ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਦੇ ਕੀ ਰੇਟਸ ਹੈਗੇ ਨੇ ਕੀ ਨਹੀਂ ਤੇ ਥੋੜਾ ਜਿਹਾ ਇਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਨਾਂ ਦੀ ਆਪਣੀ ਫੀਸ ਹੁੰਦੀ ਹੈ ਪਰ ਫਿਰ ਵੀ ਆਪਾਂ ਨੂੰ ਥੋੜੀ ਜਿਹੀ ਫੀਸ ਦੇ ਕੇ ਵੀ ਉਹਨਾਂ ਨੂੰ ਮਤਲਬ ਕਿ ਜ਼ਿਆਦਾ ਬੈਨੀਫਿਟ ਹੋ ਜਾਂਦਾ ਹੈ ਮਤਲਬ ਆਪਣੇ ਆਪ ਸਰਚ ਕਰਨ ਨਾਲ ਉਹਨਾਂ ਦੇ ਨਾਲ ਕੰਮ ਕਰਨ ਦਾ ਫਾਇਦਾ ਹੋ ਜਾਂਦਾ ਤੇ ਹਾਂਜੀ 15 ਇਅਰ ਫਿਕਸ ਹਾਂਜੀ ਗੋ ਹੈਡ ਮੈਂ ਕਿਹਾ 15 ਇਅਰ ਫਿਕਸ ਦਾ ਕੀ ਰੇਟ ਚੱਲ ਰਿਹਾ ਹੈ ਮਾਰਕੀਟ ਰੇਟ ਦਾ ਸਰ ਜੇ ਰੀਫਾਈਨਾਂਸ ਕਰਾਉਣਾ ਹੋਵੇ ਤਾਂ ਹਾਂਜੀ ਤੁਸੀਂ ਮਤਲਬ ਕਿ 2.5% 2.5 ਤੋਂ ਵੀ ਕਈ ਥੱਲੇ ਹੈਗੀਆਂ ਨੇ ਬੈਂਕਾਂ ਬਾਕੀ ਡਿਪੈਂਡ ਕਰਦਾ ਕਿ ਤੁਹਾਡਾ ਮਤਲਬ ਕਈ ਚੀਜ਼ਾਂ ਨੇ ਜਿਹੜੀਆਂ ਬੈਂਕਾਂ ਦੇਖਦੀਆਂ ਨੇ ਜਦੋਂ ਕੋਈ ਵੀ ਕ੍ਰੈਡਿਟ ਉਹਨਾਂ ਨੇ ਅਪਰੂਵ ਕਰਨਾ ਉਹਦੇ 'ਚ ਸਭ ਤੋਂ ਪਹਿਲੀ ਚੀਜ਼ ਤਾਂ ਉਹਨਾਂ ਨੇ ਦੇਖਣੀ ਹੈ ਜਿਹੜੇ ਤੁਹਾਡੇ ਕ੍ਰੈਡਿਟ ਸਕੋਰਸ ਕੀ ਨੇ ਤੇ ਜਿਹੜੇ ਕ੍ਰੈਡਿਟ ਸਕੋਰਸ ਨੇ ਉਹ 700 ਤੋਂ ਉੱਪਰ ਹੋਣਾ ਚਾਹੀਦਾ ਹੈ ਵਧੀਆ ਜਿਹੜਾ ਬੈਸਟ ਰੇਟ ਆ ਮਾਰਕੀਟ ਦੇ ਵਿੱਚ ਉਹਦੇ ਵਾਸਤੇ ਉਹ ਤਾਂ 800 ਤੋਂ ਉੱਪਰ ਹੈ ਭਾਜੀ ਫਿਰ ਤਾਂ ਹਾਂਜੀ ਵਧੀਆ ਹਾਂਜੀ ਆਪਣਾ ਤਾਂ ਸਾਰਿਆਂ ਦਾ ਵਧੀਆ ਹੀ ਹੁੰਦਾ ਹਾਂ ਤੇ 700 ਤੋਂ ਉੱਪਰ ਹੋਵੇ ਤੇ ਦੂਸਰੀ ਚੀਜ਼ ਉਹ ਦੇਖਦੇ ਆ ਕਿ ਜਿਹੜੀ ਲੋਨ ਟੂ ਵੈਲਿਊ ਆ ਕਿ ਜਿਹੜੀ ਤੁਸੀਂ ਮਤਲਬ ਕਿੰਨੀ ਡਾਊਨ ਪੇਮੈਂਟ ਦਿੱਤੀ ਹੋਈ ਹੈ ਤੁਹਾਡੀ ਐਕੁਇਟੀ ਕਿੰਨੀ ਹੈ ਪ੍ਰਾਪਰਟੀ ਦੇ ਵਿੱਚ ਤੇ 75% ਆਪ ਦੇਖਦੇ ਆ ਜਿਹੜੀ ਨਵੀਂ ਪ੍ਰਾਪਰਟੀ ਤੁਸੀਂ ਲੈਣੀ ਆ ਉਹਦੇ ਲੋਨ ਵਾਸਤੇ ਤੇ ਬਾਕੀ ਜੇ ਹੁਣ ਆਪਣੇ 5-7 ਸਾਲ ਹੋ ਗਏ ਲੋਨ ਨੂੰ ਤਾਂ ਆਪਣੀ ਬੜੀ ਹੁੰਦੀ ਹੈ ਸੋ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੀਜੀ ਚੀਜ਼ ਹੈ ਜਿਹੜੀ ਉਹ ਹੁੰਦੀ ਹੈ ਡੈਟ ਟੂ ਇਨਕਮ ਰੇਸ਼ੀਓ ਕਿ ਤੁਹਾਡੀ ਜਿਹੜਾ ਡੈਟ ਕਿੰਨਾ ਤੁਹਾਡੇ ਪਰਸਨਲੀ ਤੁਹਾਡੇ ਨਾਮ ਜੇ ਤੁਸੀਂ ਮਤਲਬ ਇਕੱਠਾ ਘਰ ਤੁਹਾਡੇ ਹਸਬੈਂਡ ਵਾਈਫ ਦੇ ਨਾਂ ਤੇ ਹੈ ਕਿ ਤੁਹਾਡੇ ਦੋਨਾਂ ਦੇ ਡੈਟ ਕਿੰਨੀ ਹੈ ਤੇ ਡੈਟ ਟੂ ਇਨਕਮ ਰੇਸ਼ੀਓ ਜਿਹੜੀ ਉਹ 40 ਬੈਂਕਾਂ ਕੋਈ 42 ਕੋਈ 45 ਇੱਥੇ ਤੱਕ ਲੈ ਰਹੀਆਂ ਤੇ ਟੋਟਲ ਤੁਹਾਡੀ ਜਿਹੜੀ ਡੈਟ ਹੈਗੀ ਆ ਓਵਰ ਯੂਰ ਇਨਕਮ ਤੇ 40 ਤੋਂ 40% ਜੇ ਤੁਹਾਡੀ ਇਨਕਮ ਦੀ ਤੁਹਾਡੀ ਡੈਟ ਹੈਗੀ ਆ ਨਾ ਉਹ ਤੁਹਾਨੂੰ ਮਤਲਬ ਕਿ ਵਧੀਆ ਰੇਟ ਮਿਲ ਜਾਂਦਾ ਸੋ ਤਿੰਨ ਚੀਜ਼ਾਂ ਨੇ ਇੱਕ ਤਾਂ ਲੋਨ ਵੈਲਿਊ ਇੱਕ ਕ੍ਰੈਡਿਟ ਸਕੋਰ ਹੋ ਗਿਆ ਇੱਕ ਡੈਟ ਟੂ ਇਨਕਮ ਭਾਜੀ ਡੈਪਟ ਦਾ ਜਿਹੜਾ ਕੁਝ ਕੰਸਰਨ ਹੈਗਾ ਇਹ ਤੁਸੀਂ ਜਿਹੜੀ ਗੱਡੀ ਜਿਹੜੀ ਲਈ ਹੈ ਉਹ ਵੀ ਤਾਂ ਡੈਪਟ ਦੀ ਕਾਊਂਟ ਹੁੰਦੀ ਹੈ ਜਿੱਦਾਂ ਕੋਈ ਤੁਹਾਡੀ ਕੋਈ ਫਾਈਨੈਂਸ ਲਾਈਕ ਕਾਰ ਵਗੈਰਾ ਹਾਂਜੀ ਹਾਂਜੀ ਤੁਹਾਡੇ ਗੱਡੀ ਦੇ ਆਪਣੇ ਲੋਨ ਹੋ ਗਿਆ ਤੇ ਕ੍ਰੈਡਿਟ ਕਾਰਡ ਹੋ ਗਏ ਬਾਕੀ ਸਟੂਡੈਂਟ ਲੋਨਸ ਹੋ ਗਏ ਬਾਕੀ ਹੋਰ ਵੀ ਤੁਹਾਨੂੰ ਸਾਰਾ ਡਿਸਕਸ ਕਰਨਾ ਪੈਂਦਾ ਕਹਿ ਲਓ ਆਪਾਂ ਕਿਸੇ ਦੋਸਤ ਮਿੱਤਰ ਨੂੰ ਫੈਮਿਲੀ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦਾ ਪੈਸਾ ਦਿੱਤਾ ਹੋਇਆ ਤੇ ਉਹ ਸਾਰਾ ਡਿਸਕਸ ਕਰਨਾ ਹੁੰਦਾ ਉਹ ਸਾਰੇ ਦੇ ਵਿੱਚ ਆ ਜਾਂਦਾ ਅੱਛਾ ਭਾਜੀ ਕਵਰ ਭਾਜੀ ਜੇ ਕਿਸੇ ਦਾ ਹਾਂਜੀ ਇੱਕ ਮਿੰਟ ਮੈਂ ਗੱਲ ਕਰ ਸਕਦਾ ਹਾਂਜੀ ਕੇਵਲ ਸਿੰਘ ਭਾਜੀ ਕੁਛ ਕਹਿਣਾ ਚਾਹੁੰਦੇ ਆ ਹਾਂਜੀ ਭਾਜੀ ਹਾਂਜੀ ਜੇ ਕਿਸੇ ਦਾ ਕ੍ਰੈਡਿਟ ਸਕੋਰ 0 ਹੋਵੇ ਮਤਲਬ ਉਹਨੇ ਕ੍ਰੈਡਿਟ ਕਾਰਡ ਕਦੀ ਯੂਜ਼ ਨਹੀਂ ਕੀਤਾ ਤੇ ਕ੍ਰੈਡਿਟ ਕਾਰਡ ਬਣਾਇਆ ਨਹੀਂ ਡੈਬਿਟ ਕਾਰਡ ਤੇ ਚੱਲਦਾ ਰਿਹਾ ਹੋਵੇ ਤੇ ਉਹਦੇ ਬਾਰੇ ਕੀ ਆਪਸ਼ਨ ਆ ਹਾਂਜੀ ਮਤਲਬ ਗੱਲ ਤਾਂ ਇਹ ਹੈ ਕਿ ਤੁਹਾਡਾ ਨਾ ਕ੍ਰੈਡਿਟ ਐਸਟੈਬਲਿਸ਼ ਹੋਣਾ ਚਾਹੀਦਾ ਤੁਹਾਡੀ ਹਿਸਟਰੀ ਹੋਣੀ ਚਾਹੀਦੀ ਹੈ ਕ੍ਰੈਡਿਟ ਦੀ
ਜੇ ਜ਼ੀਰੋ ਆ ਤਾਂ ਉਹਦਾ ਮਤਲਬ ਮੈਨੂੰ ਲੱਗ ਰਿਹਾ ਕਿ ਉਹ ਤੁਹਾਡਾ ਕ੍ਰੈਡਿਟ ਨਹੀਂ ਹੈਗਾ। ਸੋ ਤੁਹਾਨੂੰ ਆਪਣੀ ਹਿਸਟਰੀ ਦਿਖਾਉਣੀ ਪੈਣੀ ਉਹਨਾਂ ਨੂੰ ਕਿ ਮੈਂ ਮੇਰਾ 5 ਸਾਲਾਂ ਤੋਂ ਲੋਨ ਹੈ ਕੋਈ ਲਿਆ ਹੋਇਆ, ਕੋਈ 1 ਸਾਲ ਤੋਂ ਆ, 10 ਸਾਲਾਂ ਤੋਂ ਆ, ਉਹਦੇ ਹਿਸਾਬ ਵਿਚ ਇਜ਼ ਵੈਰੀ ਗੁੱਡ ਐਕਚੁਅਲੀ। ਤੇ ਮੇਰਾ 3 ਸੀਗਾ ਪਹਿਲਾਂ, ਤੇ ਉਹ ਪਹਿਲਾਂ ਵੀ ਜ਼ਿਆਦਾ ਨਹੀਂ ਸੀਗਾ, 3 ਹੀ ਸੀਗਾ। ਤਿੰਨ ਤਾਂ ਬਹੁਤ ਪਹਿਲਾਂ ਹੀ ਲੋ ਸੀ। ਪਹਿਲਾਂ ਹੀ ਲੋ ਸੀ, 10 ਈਅਰ ਵੇਰੀਏਬਲ ਸੀਗਾ, ਬਟ ਉਹ 10 ਸਾਲ ਠੀਕ ਆ। ਵਾਸਤੇ ਸੀਗਾ। ਠੀਕ ਤੇ ਜੋ ਪਰਮਿੰਦਰ ਭਾਜੀ ਨੇ ਕਿਹਾ ਬਿਲਕੁਲ ਸਾਰੀਆਂ ਗੱਲਾਂ ਠੀਕ ਹੈ ਕਿ ਬ੍ਰੋਕਰ ਤੋਂ ਕਰੋ, ਬਟ ਆਈ ਥਿੰਕ ਦ ਵਨ ਪੁਆਇੰਟ ਹੀ ਮਿਸ ਔਨ ਇਜ਼ ਕਿ ਤੁਸੀਂ ਘੱਟੋ ਘੱਟ 3-4 ਬ੍ਰੋਕਰਾਂ ਨਾਲ ਗੱਲ ਕਰੋ, ਉਹਨਾਂ ਨੂੰ ਆਪਸ ਵਿੱਚ ਕੰਪੀਟ ਕਰਾਓ, ਉਹਨਾਂ ਨੂੰ ਆਪਸ ਵਿੱਚ ਕੰਪੀਟ ਕਰਾਓ। ਉਹ ਘੱਟੋ ਘੱਟ ਤੁਹਾਨੂੰ ਇੱਕ ਤੋਂ ਇੱਕ ਥੋੜਾ ਜਿਹਾ ਟਾਈਮ ਲੱਗੂਗਾ ਉਹਨੂੰ ਅੱਗੇ ਪਿੱਛੇ ਜਾ ਕੇ ਨਾ ਈਮੇਲਾਂ ਕਰਕੇ ਵੀ ਆਹ ਦੇਖੋ ਜੇ ਤੂੰ ਹਰਮਨ ਬ੍ਰੋਕਰ ਆ, ਹਰਮਨ ਨੇ ਮੈਨੂੰ 2.9 ਦਿੱਤਾ ਜੀ, ਕਵਰ ਬ੍ਰੋਕਰ ਨੇ ਮੈਨੂੰ 2.7 ਦਿੱਤਾ। ਉਹਨਾਂ ਨੇ ਸਾਰਿਆਂ ਨੇ ਤੁਹਾਨੂੰ, ਤੁਸੀਂ ਮੈਂ ਕਹਿੰਦਾ ਮਾੜੀ ਮੋਟੀ ਗੱਪ ਵੀ ਛੱਡ ਦਿਓ ਵਿੱਚ ਕਿ ਮੈਨੂੰ ਦੂਜਾ ਬੰਦਾ ਤਾਂ ਇੰਨੀ ਦਿੰਦਾ, ਦੂਜਾ ਬੰਦਾ ਇੰਨੀ ਦਿੰਦਾ। ਐਗਜ਼ੈਕਟਲੀ ਉਹ ਤੁਹਾਨੂੰ 100% ਅੱਜ ਕੱਲ੍ਹ ਕਿਉਂਕਿ ਇੰਨਾ ਕੰਪੀਟੀਸ਼ਨ ਹੈ ਸਾਰਿਆਂ 'ਚ, ਉਹ ਤੁਹਾਨੂੰ ਲੋਐਸਟ ਮੈਚ ਕਰਕੇ ਹੀ ਦੇਣਗੇ। ਮੈਂ ਤਾਂ 1.5-2 ਮਹੀਨੇ ਪਹਿਲਾਂ ਲੈ ਲਿਆ, ਮੈਨੂੰ ਤਾਂ 2.7 ਮਿਲਿਆ। ਅੱਜ ਦੀ ਡੇਟ 'ਚ 30 ਈਅਰ ਤੁਹਾਨੂੰ ਆਰਾਮ ਨਾਲ 2.6-2.55 ਤੇ ਮਿਲ ਸਕਦਾ। 2.6 ਤਾਂ ਮਿਲ ਹੀ ਜਾਂਦਾ ਹੈ, 2.6 ਤਾਂ ਤੁਹਾਨੂੰ ਮਿਲ ਹੀ ਜਾਂਦਾ ਹੈ। ਹਾਂਜੀ, ਤੇ 30 ਸਾਲ ਦਾ। ਪਰ ਜਿਹੜੀ ਫੀਸ ਦੀ ਵੀ ਗੱਲ, ਸਾਰੀ ਫੀਸਾਂ ਮਾਫ ਹੋ ਜਾਂਦੀਆਂ, ਪਰ ਧਿਆਨ ਨਾਲ ਜਿਹੜੀ ਉਹ ਵਰਕਸ਼ੀਟ ਭੇਜਦੇ ਨਾ, ਲੋਨ ਦੀ ਵਰਕਸ਼ੀਟ ਆ, ਬਹੁਤ ਧਿਆਨ ਨਾਲ ਪੜ੍ਹਨ ਦੀ ਲੋੜ ਆ। ਜੇ ਤੁਹਾਡਾ ਮੈਥ ਵੀਕ ਆ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਸਮਝ ਆਉਂਦਾ, ਉਹ ਤੋਂ ਕਿਸੇ ਤੋਂ ਪੜ੍ਹਾਓ ਜਿਹਨੂੰ ਉਹ ਚੀਜ਼ ਸਮਝ ਆਉਂਦੀ ਹੈ, ਕਿਉਂਕਿ ਉਹਨਾਂ ਵਿੱਚ ਜਿਹੜੀ ਹਿਡਨ ਫੀਸ ਇੰਨੀ ਕੁ ਜ਼ਿਆਦਾ ਤੁਹਾਨੂੰ ਪਤਾ ਨਹੀਂ ਲੱਗੂਗਾ। ਤੁਹਾਨੂੰ ਉਹ ਕਹਿਣਗੇ ਵੀ ਨਹੀਂ ਤੁਹਾਨੂੰ ਕੋਈ ਫੀਸ ਨਹੀਂ ਅਸੀਂ ਲਾ ਰਹੇ, ਤੁਹਾਨੂੰ ਕੋਈ ਲੋਨ ਦੇ ਪੁਆਇੰਟ ਨਹੀਂ ਦੇਣੇ ਪੈ ਰਹੇ, ਬਟ ਸਮਵੇਅਰ ਤੁਹਾਨੂੰ ਕਿਤੇ ਨਾ ਕਿਤੇ ਫੀਸ ਚਾਰਜ ਕਰਦੇ ਹੀ ਕਰਦੇ। ਇਸ ਤਰੀਕੇ ਨਾਲ ਕਹਿੰਦੇ ਆ ਵੀ ਤੁਹਾਡਾ ਰੀਫਾਈਨੈਂਸ ਚਾਰਜ ਅਸੀਂ ਮਾਫ ਕਰਦੇ ਹਾਂ। ਓਕੇ, ਇੱਕ ਤਰੀਕੇ ਦਾ ਚਾਰਜ ਮਾਫ ਕਰ ਦਿੰਦੇ ਨੇ, ਦੂਜੇ ਤਰੀਕੇ ਨਾਲ ਦੱਸ ਦਿੰਦੇ ਨੇ ਵੀ ਸਾਡਾ ਅੰਦਰ ਕਿਸੇ ਤਰੀਕੇ ਨਾਲ ਵੀ ਸਾਡਾ ਆਹ ਚਾਰਜ ਹੈ। ਜਿਹੜਾ ਮੋਟੇ ਤੌਰ ਤੇ ਜਿਹੜੇ ਓਪਨ ਚਾਰਜਸ ਹੁੰਦੇ ਨੇ, ਉਹ ਤੁਹਾਨੂੰ ਇਸ ਤਰੀਕੇ ਨਾਲ ਕਹਿੰਦੇ ਵੀ ਸਾਡੇ ਨੋ ਚਾਰਜਸ, ਬਟ ਅੰਦਰ ਜਿਹੜੇ ਚਾਰਜਸ ਹੁੰਦੇ ਨੇ, ਹਿਡਨ ਫੀਸ ਹੁੰਦੀਆਂ ਨੇ, ਉਹ ਬਹੁਤ ਕਈ ਵਾਰੀ ਬਹੁਤ ਹੁੰਦੀਆਂ। ਤੁਹਾਨੂੰ ਡਾਕੂਮੈਂਟ ਬਿਲਕੁਲ ਠੀਕ ਹੈ, ਡਾਕੂਮੈਂਟ ਬਹੁਤ ਧਿਆਨ ਨਾਲ ਵਰਕਸ਼ੀਟ ਨੂੰ ਸਮਝਣਾ ਚਾਹੀਦਾ। ਜੇ ਮੇਰੇ ਦੇ 1 ਮਿਲੀਅਨ ਦਾ ਲੋਨ ਆ, ਜਿੰਨੇ ਦਾ ਵੀ ਲੋਨ ਆ, 500,000 ਦਾ ਮੇਰਾ ਲੋਨ ਆ, ਮੈਨੂੰ ਕਿੰਨੀ ਫੀਸ ਪੈ ਰਹੀ ਹੈ ਉਹ ਤੇ, ਕਿਉਂਕਿ ਜੇ ਤੁਹਾਨੂੰ ਫੀਸ ਵੱਧ ਪੈ ਰਹੀ ਹੈ ਬਹੁਤ, ਤਾਂ ਤੁਹਾਡਾ ਲੋਨ ਤੁਸੀਂ ਪਹਿਲੇ 10 ਸਾਲ ਦਾ ਲੋਨ ਪਹਿਲਾਂ ਵਾਪਸ ਕਰ ਚੁੱਕੇ ਹੋ, ਰਾਈਟ। ਹੁਣ ਤੁਹਾਨੂੰ ਫਿਰ 30 ਸਾਲ ਦਾ ਲੋਨ ਚੜ ਗਿਆ ਤੁਹਾਡੇ ਤੇ, ਉਹ ਤੁਹਾਨੂੰ ਕਹਿਣਗੇ ਤੁਹਾਡੀ ਕਿਸ਼ਤ ਘੱਟ ਗਈ, 400 ਡਾਲਰ ਮਹੀਨੇ ਦੀ ਕਿਸ਼ਤ ਘੱਟ ਗਈ। ਉਹ ਕਿਸ਼ਤ ਤਾਂ ਘੱਟ ਗਈ, ਪਰ 30 ਸਾਲ ਦਾ ਲੋਨ ਤਾਂ ਫਿਰ ਚੜ ਗਿਆ ਨਾ ਉੱਤੇ। ਤੁਹਾਨੂੰ ਆਪਣਾ ਮੈਥ ਕਰਕੇ ਦੇਖਣਾ ਕਿ ਠੀਕ ਹੈ। ਤੁਹਾਨੂੰ ਇਹ ਦੇਖਣਾ ਪੈਂਦਾ ਵੀ ਇਹਦੇ ਵਿੱਚ ਹਿਡਨ ਚੀਜ਼ ਕੀ ਇਹਨਾਂ ਨੇ ਪਾ ਰੱਖੀ ਆ, ਹਿਡਨ ਚਾਰਜਸ ਕਿਹੜੇ ਨੇ। ਪਰ ਇਹ ਵੀ ਇੱਕ ਗੱਲ ਇਹ ਆ ਵੀ ਭਾਜੀ ਪੂਰੀ ਧਿਆਨ ਪੜਨਾ ਨਹੀਂ ਚਾਹੀਦੀ। ਸੌਰੀ ਨਾ ਜੀ, ਉਹਨੇ ਬੈਟਰ ਤੁਹਾਨੂੰ ਰੇਟ ਮਿਲਣਾ, ਬੈਟਰ ਨੇ ਡੈਫੀਨਿਟਲੀ। ਜਿੱਡੀ ਵੱਡੀ ਕੰਪਨੀ ਨਾਲ, ਜਿੰਨੇ ਵੈਲ ਐਸਟੈਬਲਿਸ਼ਡ ਬੈਂਕ ਨਾਲ ਜਾਓਗੇ, ਉਹ ਤੁਹਾਨੂੰ ਰੇਟ ਬਹੁਤ ਖਰਾਬ ਦਊਗਾ। ਕਿਤੇ ਬੈਂਕ ਆਫ ਅਮਰੀਕਾ ਦਾ ਜਾਓ, ਅੱਜ ਵੀ 4% ਦਊਗਾ। ਹਾਂਜੀ ਹਾਂਜੀ, ਲਿਟਰਲੀ ਮੈਂ ਬੈਂਕ ਆਫ ਅਮਰੀਕਾ ਚ ਮੇਰਾ ਖਾਤਾ ਪਿਛਲੇ 12 ਸਾਲਾਂ ਤੋਂ, ਮੇਰਾ ਬੈਂਕ ਆਫ ਅਮਰੀਕਾ ਚ ਖਾਤਾ 13 ਸਾਲਾਂ ਤੋਂ। ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਹਾਂ ਜੀ ਦੇ ਦਾਂਗੇ, ਤੇ ਤੁਹਾਨੂੰ ਅਸੀਂ ਸਪੈਸ਼ਲ ਡਿਸਕਾਊਂਟ ਦੇਵਾਂਗੇ, ਸਪੈਸ਼ਲ ਡਿਸਕਾਊਂਟ ਤੋਂ ਬਾਅਦ ਤੁਹਾਨੂੰ ਫਿਰ 4% ਡਿਸਕਾਊਂਟ, 4% ਤੇ ਲੋਨ ਦੇਵਾਂਗੇ। ਉਹ ਮੈਂ ਕਿਹਾ ਮਾਮਾ, ਜੇ ਤੂੰ ਮੈਨੂੰ ਸਪੈਸ਼ਲ ਡਿਸਕਾਊਂਟ ਤੋਂ ਬਾਅਦ ਵੀ 4% ਤੇ ਲੋਨ ਦੇ ਰਿਹਾ ਤਾਂ ਮੇਰੇ ਹੱਥ ਜੋੜੇ ਆ। ਸੋ ਜਿੰਨੇ ਨਵੇਂ ਬੈਂਕ ਨੇ, ਜਿੰਨੇ ਛੋਟੇ ਬੈਂਕ ਨੇ, ਜਿੰਨੀਆਂ ਛੋਟੀਆਂ ਫਰਮਾਂ ਨੇ, ਉਹ ਤੁਹਾਨੂੰ ਬਹੁਤ ਬੈਟਰ ਡੀਲ ਦਿੰਦੀਆਂ ਨੇ। ਰੌਕਟ ਫਾਈਨੈਂਸ ਹੋਗੀ, ਰੌਕਟ ਮਾਰਕੀਟ ਹੋ ਜੀ, ਇਹ ਬਹੁਤ ਦਿੰਦੀ ਹੈ। ਵੈਸਟਰਨ ਯੂਨੀਅਨ, ਵੈਸਟਰਨ ਐਕਸਪ੍ਰੈਸ ਫਾਈਨੈਂਸ, ਇਹ ਹੈਗੀ ਨੇ। 5-7 ਜਿਹੜੇ ਐਸੇ ਨਵੇਂ ਜਿਹੜੇ ਫਰਮਾਂ ਹੈਗੀਆਂ ਨੇ, ਇਹ ਤੁਹਾਨੂੰ ਤਿੰਨ ਤੋਂ ਥੱਲੇ ਤਾਂ ਲੋਨ ਤੁਹਾਨੂੰ ਦੇ ਹੀ ਦੇਣੀ ਹੈ। ਜੇ ਤੁਹਾਡਾ ਕ੍ਰੈਡਿਟ ਜਿਹੜਾ ਹੈਗਾ 7.5 ਤੋਂ ਉੱਤੇ ਤਾਂ ਤੁਸੀਂ ਇਹ ਸੋਚ ਲਓ ਵੀ ਤੁਹਾਨੂੰ 2.7-2.6 ਤੱਕ ਤੁਹਾਨੂੰ ਲੋਨ ਮਿਲ ਜਾਣਾ ਚਾਹੀਦਾ। ਠੀਕ ਹੈ। 2.7 ਤੋਂ ਤਾਂ ਮੈਨੂੰ 1.5-2 ਮਹੀਨੇ ਪਹਿਲਾਂ ਮਿਲਿਆ। ਜੇ ਲੋਕਾਂ ਦੀ ਸਭ ਦੀ ਕ੍ਰੈਡਿਟ ਹਿਸਟਰੀ ਚੰਗੀ ਹੈ ਤੇ ਡੈਟ ਟੂ ਇਨਕਮ ਰੇਸ਼ੋ ਠੀਕ ਆ ਨਾ, ਅੱਜ ਦੀ ਡੇਟ 'ਚ ਇਹਨਾਂ ਸਾਰਿਆਂ ਨੂੰ 2.6 ਤੋਂ ਮਿਨੀਮਮ ਮਿਲਣਾ ਹੀ ਚਾਹੀਦਾ। ਮਿਲਣਾ ਚਾਹੀਦਾ ਰੇਟ ਬਹੁਤ ਘਟੇ ਹੋਏ, ਬਹੁਤ ਘਟੇ ਭਾਜੀ। ਬਾਬਾ ਬਲਵਿੰਦਰ ਸਿੰਘ ਨੇ ਜੁਆਇਨ ਕੀਤਾ। ਸਤਿ ਸ੍ਰੀ ਅਕਾਲ ਬਾਬਾ ਬਲਵਿੰਦਰ ਸਿੰਘ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ, ਹੁਣ ਠੀਕ ਹੈ ਆਵਾਜ਼? ਬਿਲਕੁਲ ਕਲੀਅਰ ਹੈ ਜੀ, ਬਿਲਕੁਲ ਕਲੀਅਰ। ਠੀਕ ਹੈ ਜੀ, ਸੌਰੀ ਮੇਰੇ ਕਰਕੇ ਥੋੜੀ ਜਿਹੀ ਡਿਸਟਰਬੈਂਸ ਹੋਈ। ਹਾਂਜੀ ਭਾਈ, ਆਪਣਾ ਕੁਐਸਚਨ ਪੁੱਛੋ। ਆਪਣੇ 9 ਵਜੇ ਤਾਈਂ ਆਪਣੇ ਕੋਲ ਟਾਈਮ ਹੈਗਾ, ਅਜੇ 20 ਮਿੰਟ ਹੋਰ ਹੈ। ਕੰਟੀਨਿਊ ਰੱਖੋ ਕੁਐਸਚਨ ਪਲੀਜ਼। ਹਾਂਜੀ ਜਸਵੀਰ ਭਾਜੀ। ਹਾਂਜੀ ਮੇਰਾ ਕੁਐਸਚਨ
ਇਹ ਸੀਗਾ ਭਾਜੀ, ਤੁਸੀਂ ਆ ਜਿਹੜੇ ਵੀ ਛੋਟੀਆਂ ਕੰਪਨੀਆਂ ਜਿਹੜੀਆਂ ਰੀਫਾਈਨਾਂਸ ਲਈ ਵਧੀਆ ਆ, ਕੀ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਪੋਸਟ ਕਰ ਦੂੰਗੇ ਇੱਥੇ ਆਪਣੇ ਗਰੁੱਪ ਦੇ ਵਿੱਚ? ਹਾਂਜੀ ਉਹਦਾ- ਆਪਾਂ ਕਰ ਲੈਂਦੇ। ਤੁਸੀਂ ਹਾਂਜੀ ਵੀਰ ਹਰਮਨ ਜੀ ਜੀ, ਕੋਈ ਹਾਂ ਹਾਂ ਕੋਈ ਗੱਲ ਨਹੀਂ, ਤੁਸੀਂ ਜਿਹੜੇ ਬ੍ਰੋਕਰੇਜ ਫਰਮਾਂ ਨੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਭੇਜ ਦਾਂਗੇ। ਇੱਕ ਚੀਜ਼ ਤੋਂ ਉਸ ਤੋਂ ਪਹਿਲਾਂ ਇਹ ਵੀ ਕਰ ਸਕਦੇ ਹੋ ਕਿ ਜਿਹੜੀ ਬੈਂਕ ਨਾਲ ਤੁਹਾਡਾ ਹੁਣ ਐਗਜ਼ਿਸਟਿੰਗ ਲੋਨ ਹੈਗਾ ਨਾ, ਮੌਰਗੇਜ ਹੈਗੀ ਹੈ, ਤੁਸੀਂ ਉਹਨਾਂ ਨੂੰ ਵੀ ਪਹਿਲਾਂ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ, ਕਿਉਂਕਿ ਉਹਨਾਂ ਨਾਲ ਫਾਇਦਾ ਇਹ ਹੋਣਾ ਕਿ ਉਹਨਾਂ ਕੋਲ ਆਲਰੇਡੀ ਤੁਹਾਡੀ ਫਾਈਲ ਹੈਗੀ ਹੈ ਬਣੀ ਹੋਈ ਪੁਰਾਣੀ, ਤੇ ਉਹਨਾਂ ਨਾਲ ਤੁਹਾਡੀ ਕ੍ਰੈਡਿਟ ਹਿਸਟਰੀ ਵੀ ਹੈਗੀ ਆ, ਉਹਨਾਂ ਕੋਲ ਤੁਹਾਡਾ ਸਾਰਾ ਕੁਝ ਹੈਗਾ, ਤੇ ਉਹਨਾਂ ਦੇ ਨਾਲ ਪਹਿਲਾਂ ਤੁਸੀਂ ਪਤਾ ਕਰੋ ਕਿ ਉਹ ਤੁਹਾਨੂੰ ਬੈਸਟ ਰੇਟ ਕੀ ਦੇ ਸਕਦੇ ਨੇ, ਤੇ ਜ਼ਿਆਦਾ ਚਾਂਸਸ ਨੇ ਕਿ ਉਹ ਤੁਹਾਨੂੰ ਉਹ ਮਤਲਬ ਵਧੀਆ ਦੇ ਸਕਦੇ ਨੇ। ਜੇ ਉਹ ਤੁਹਾਨੂੰ ਮਤਲਬ ਨਹੀਂ ਵਧੀਆ ਦੇ ਰਹੇ ਤੇ ਤੁਸੀਂ ਬ੍ਰੋਕਰੇਜ ਫਰਮਾਂ ਨਾਲ ਵੀ ਮਤਲਬ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ। ਤੇ ਹਾਂਜੀ ਸਾਡੀ ਭਾਜੀ, ਹਾਂਜੀ ਭਾਜੀ ਹੋਏ। ਤੁਹਾਡੇ ਨਾਲ ਮੈਂ ਨਿੱਕ ਫਿਰ ਵਾਪਸ ਆ ਗਿਆ ਵਾਂ, ਤੇ ਬਾਬਾ ਹਾਂਜੀ। ਬਲਵਿੰਦਰ ਸਿੰਘ ਜੀ ਗੁਰੂ ਘਰ ਫਿਲਾਡੈਲਫੀਆ ਸਿੱਖ ਸੁਸਾਇਟੀ ਦੇ ਮੇਨ ਵਜ਼ੀਰ, ਉੱਥੋਂ ਦੇ ਸੇਵਾਦਾਰ ਨੇ, ਉਹਨਾਂ ਨੇ ਤੁਹਾਨੂੰ ਜੁਆਇਨ ਕੀਤਾ ਵਾ। ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਆਪਣੇ ਅੱਜ ਦੀ ਮੀਟਿੰਗ ਦੇ ਵਿੱਚ, ਜਿਨ੍ਹਾਂ ਨੇ ਆਪਣੇ ਇੰਪੋਰਟੈਂਟ ਟਾਈਮ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ। ਤੇ ਭਾਜੀ ਤੁਹਾਡੇ ਤੋਂ, ਤੁਸੀਂ ਬੈਂਕ ਤੋਂ ਨੇ ਹੈ ਨਾ ਰਿਲੇਟਡ, ਹੈ ਨਾ? ਹਾਂਜੀ ਹਾਂਜੀ ਹਾਂ, ਤਾਂ ਉਹ ਮੇਰਾ ਇੱਕ ਬੜਾ ਕੁਐਸਚਨ ਹੈਗਾ, ਮੈਂ ਕੋਈ ਸ਼ੋਅ ਵੀ ਕਰ ਰਿਹਾ ਰੈਡੀ, ਉਹਦੇ ਵਾਸਤੇ ਸੀਗਾ ਕੁਐਸਚਨ ਕਿ ਜਿਸ ਤਰ੍ਹਾਂ ਹੁਣ ਪਿੱਛੇ ਜਿਹੜੀ ਤੁਸੀਂ ਹੁਣ ਆਨਸਰ ਦਿੱਤਾ ਉਹਦੇ ਨਾਲ ਰਿਲੇਟਡ ਸੀਗਾ, ਇਸ ਲਈ ਮੈਂ ਉਹ ਕੁਐਸਚਨ ਕਰ ਰਿਹਾ ਵਾਂ ਕਿ ਜਿਸ ਤਰ੍ਹਾਂ ਕਿ ਆਪਣਾ ਨਾ ਪਿੱਛੇ ਆਪਾਂ ਜਦੋਂ ਪੈਂਡੈਮਿਕ ਦੇ ਵਿੱਚ ਕਈਆਂ ਨੇ ਕੰਮ ਨਹੀਂ ਕੀਤੇ, ਕੁਝ ਨਹੀਂ, ਤੇ ਉੱਥੇ ਕਈਆਂ ਨੂੰ ਕੀ ਹੋਇਆ ਕਿ ਲਾਈਕ ਉਹਨਾਂ ਨੇ ਆਪਣੀ ਬੈਂਕ ਨੂੰ ਕਾਲ ਕੀਤੀ ਆ, ਮੌਰਗੇਜ ਕੰਪਨੀ ਨੂੰ ਕਾਲ ਕੀਤੀ, ਤਾਂ ਉਹਨਾਂ ਕਿਹਾ ਕਿ ਓਕੇ ਆਪਾਂ ਤੁਹਾਨੂੰ ਉਹ ਦਿੰਦੇ ਆ 3 ਮੰਥ ਫੋਰਬੇਰੈਂਸ। ਹਾਂਜੀ ਹਾਂ ਹੂੰ ਹਾਂਜੀ। ਤਾਂ ਉਸ ਦੇ ਬਾਅਦ ਦੇ ਵਿੱਚ ਚਲੋ ਉਹ ਪੇਪਰ ਵਰਕਸ ਮੰਗਦੇ, ਜੋ ਵੀ ਆ, ਤੁਸੀਂ ਜੌਬ ਕੀ ਕਰਦੇ ਆ ਜਾਂ ਕਿੰਨੀ ਤੁਹਾਡੀ ਆਊਟਪੁੱਟ ਹੈ ਨਾ, ਜੇ ਤੁਹਾਡੇ ਘੱਟ ਪਏ ਆ ਦੈਨ ਯੂ ਆਰ ਨਾਟ ਕੁਆਲੀਫਾਈਡ ਫॉर दैट, ਹੈ ਨਾ। ਤੇ ਜੇ ਤੁਹਾਡੀ ਇਨਕਮ ਠੀਕ ਆ ਜੇ ਉਹਨਾਂ ਦੇ ਹਿਸਾਬ ਨਾਲ ਕੀ ਤੁਸੀਂ ਇਹਨੂੰ ਦੁਬਾਰਾ ਚੁੱਕ ਸਕਦੇ ਆ, ਫਿਰ ਤੁਹਾਨੂੰ ਉਹ ਦਿੰਦੇ ਆਫਰ ਲਾਈਕ ਟੂ ਦਿਸ, ਹੈ ਨਾ। ਤੇ ਉਹ ਜਦੋਂ ਉਹ ਦਿੰਦੇ ਆ ਤੇ ਉਹਦੇ ਵਿੱਚ ਲਾਈਕ ਵੈਨ ਯੂ ਸਾਈਨ ਇਨ, ਹੈ ਨਾ, ਕਿ ਤੁਸੀਂ ਪਹਿਲਾਂ ਦਿੰਦੇ ਆ ਉਹ ਗੁੱਡ ਰਿਲੇਸ਼ਨ ਸਮਥਿੰਗ ਕਰਕੇ ਇੱਕ ਇਨਸਟਾਲਮੈਂਟ, ਹੈ ਨਾ, ਉਨੀ ਪ੍ਰਾਈਸ ਲੈਂਦੇ ਆ। ਫਿਰ ਉਹਦੇ ਬਾਅਦ 3 ਮੰਥ ਦੀ ਪ੍ਰਾਈਸ ਉਹ ਲੈਂਦੇ ਆ, 3 ਮੰਥ ਦੀਆਂ ਇੰਸਟਾਲਮੈਂਟਸ ਦੇ ਫਿਕਸ ਔਨ ਦੇ ਇੱਕ ਡੇਟ ਫਿਕਸ ਕਰ ਦਿੰਦੇ ਆ ਵੀ ਅਸੀਂ ਆਟੋਮੈਟਿਡ ਕੱਢਾਂਗੇ। ਜੇ ਤੁਸੀਂ ਉਹ 4 ਮੰਥ ਪੇ ਕਰਦੇ ਆ, ਉਸ ਦੇ ਬਾਅਦ ਦੇ ਉਹਨੂੰ ਪਿੱਛੇ ਲੈ ਕੇ ਜਾਂਦੇ ਆ, ਲਾਈਕ ਕਿ ਤੁਹਾਡੇ 3 ਮੰਥ ਜਿਹੜੇ ਕਰੰਟ ਹੋ ਜਾਂਦੇ ਆ ਨਾ, 3 ਮੰਥ ਤੁਸੀਂ ਜਦ ਪਿਛਲੇ ਉਹਨੂੰ ਲੋਨ ਦੇ ਬੈਕ 'ਚ ਲੈ ਕੇ ਜਾਂਦੇ ਆ, ਜਾਂ ਦੇ ਡੂਇੰਗ ਯਾਰ ਰੀਫਾਈਨੈਂਸਿੰਗ, ਔਰ ਉਹ ਤੁਹਾਨੂੰ ਕ੍ਰੈਡਿਟ ਨੂੰ ਟੱਚ ਕਰਦੇ ਆ, ਜਾਂ ਉਹ ਕੋਈ ਸੈਟਲਮੈਂਟ ਕੀ ਹੈਗਾ, ਉਹ ਪ੍ਰੋਗਰਾਮ ਕੀ ਆ? ਹਾਂ ਪਹਿਲੀ ਗੱਲ ਤਾਂ ਇਹ ਵੀਰ ਦਾ ਕੁਐਸਚਨ ਬਹੁਤ ਹੀ ਵਧੀਆ ਹੈਗਾ। ਜ਼ਿਆਦਾਤਰ ਲੋਕ ਸਾਰੇ ਮਤਲਬ ਕਿ ਫੋਰਬੇਰੈਂਸ ਲੈ ਰਹੇ ਨੇ, ਪਰ ਇਹ ਕੁਐਸਚਨ ਨਹੀਂ ਪੁੱਛ ਰਹੇ ਜਿਹੜਾ ਆਪਣੇ ਇਹ ਵੀਰ ਨੇ ਪੁੱਛਿਆ। ਬਹੁਤ ਹੀ ਵਧੀਆ ਕੁਐਸਚਨ ਹੈ। ਸੋ ਹੁੰਦਾ ਕੀ ਹੈ ਕਿ ਜਿਹੜੀ ਆਪਣੀ ਲੋਨ ਦੀ ਐਮਰਟਾਈਜੇਸ਼ਨ ਹੈ ਹੋ ਰਹੀ ਹੈ, ਕਿ ਮੰਥਲੀ ਆਪਣੀ ਪ੍ਰਿੰਸੀਪਲ ਪੇਮੈਂਟ ਹੋ ਰਹੀ ਹੈ ਤੇ ਇੰਟਰਸਟ ਦੀ ਪੇਮੈਂਟ ਹੋ ਰਹੀ ਹੈ, ਕਿ ਜੇ ਬੈਂਕ ਹੁਣ ਆਪਾਂ ਨੂੰ 3 ਮਹੀਨੇ ਲਈ ਕਹਿ ਦਿੰਦੀ ਹੈ ਕਿ ਤੁਹਾਡੀਆਂ ਪੇਮੈਂਟਸ ਅਸੀਂ ਡਿਫਰ ਕਰ ਰਹੇ ਹਾਂ, ਤੁਹਾਨੂੰ ਡਿਫਰਮੈਂਟ ਦੇ ਦਿੱਤੀ ਕਿ 3 ਮਹੀਨੇ ਤੁਸੀਂ ਪੇਮੈਂਟਸ ਨਹੀਂ ਕਰਨੀਆਂ, ਉਸ ਤੋਂ ਅੱਗੇ ਜਾ ਕੇ ਤੁਸੀਂ ਚਾਹੇ ਤਾਂ ਇਕੱਠੀਆਂ ਪੇਮੈਂਟਸ ਕਰ ਦਿਓ ਚੌਥੇ ਮਹੀਨੇ, ਚਾਹੇ ਤੁਸੀਂ ਫਿਰ ਉਹ ਡਬਲ ਪੇਮੈਂਟ ਕਰ ਦਿਓ ਅਗਲੇ 3 ਮਹੀਨੇ। ਉਹ ਸਾਰੀਆਂ ਬੈਂਕਾਂ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਫੋਰਬੇਰੈਂਸ ਐਗਰੀਮੈਂਟਸ ਜਿਹੜੇ ਹੈਗੇ ਨੇ ਉਹ ਕਰਵਾ ਰਹੀਆਂ ਨੇ। ਉਹਦਾ ਮਤਲਬ ਇਹੀ ਹੈ ਕਿ ਉਹ ਮਤਲਬ ਕਿ ਸਾਰਿਆਂ ਦੀ ਹੈਲਪ ਕਰ ਰਹੀਆਂ ਨੇ। ਗੌਰਮੈਂਟ ਉਹਨਾਂ ਨੂੰ, ਬੈਂਕਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਹੈਲਪ ਕਰੋ ਵੱਧ ਤੋਂ ਵੱਧ ਕੋਵਿਡ ਦੇ ਵਿੱਚ। ਸੋ ਉਹਦੀ ਪ੍ਰੋਬਲਮ ਕੀ ਹੈ ਕਿ ਜਿਹੜੀ ਆਪਾਂ ਨੂੰ ਨਾ ਮਤਲਬ ਪ੍ਰੋਬਲਮ ਉਹਦੀ ਇਹ ਹੈ ਕਿ ਜਿੰਨਾ ਆਪਾਂ ਪ੍ਰਿੰਸੀਪਲ ਹੈ ਆਪਣਾ, ਉਹ ਜਿੰਨਾ ਆਪਾਂ ਡਿਲੇ ਕਰ ਰਹੇ ਹਾਂ, 1 ਮਹੀਨੇ ਡਿਲੇ ਕਰ ਰਹੇ ਹਾਂ, 2 ਮਹੀਨੇ ਡਿਲੇ ਕਰ ਰਹੇ ਹਾਂ, 3 ਮਹੀਨੇ ਡਿਲੇ ਕਰ ਰਹੇ ਹਾਂ, ਉਹ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਆਪਾਂ ਨੂੰ ਓਵਰਆਲ ਜਿਹੜਾ ਇੰਟਰਸਟ ਹੈ ਆਪਾਂ ਨੂੰ ਵੱਧ ਦੇਣਾ ਪੈ ਰਿਹਾ। ਕਿ ਜੇ ਆਪਾਂ ਨਾ ਉਹੀ ਮਤਲਬ ਕਹਿ ਲਓ, ਆਪਾਂ ਤੁਹਾਨੂੰ ਜਦੋਂ ਲੋਨ ਕਰਿਆ, ਮੌਰਗੇਜ ਕਰੀ ਹੈ, ਬੈਂਕ ਨੇ ਤੁਹਾਨੂੰ ਆਪਣੇ ਕੋਲੇ ਐਮਰਜੈਂਸੀ ਦੀ ਕਾਪੀ ਹੈਗੀ ਹੈ। ਸੋ ਬੜਾ ਹੀ ਧਿਆਨ ਰੱਖਣ ਵਾਲੀ ਗੱਲ ਹੈ। ਬੈਂਕਾਂ ਇਹ ਚੀਜ਼ ਨਾ ਦੱਸ ਵੀ ਨਹੀਂ ਰਹੀਆਂ ਤੇ ਆਪਣੇ ਜਿਹੜੇ ਆਮ ਲੋਕ ਨੇ ਉਹ ਪੁੱਛ ਵੀ ਨਹੀਂ ਰਹੇ। ਸੋ ਇਹ ਚੀਜ਼ ਦਾ ਧਿਆਨ ਰੱਖਣਾ। ਕਹਿਣ ਦਾ ਮਤਲਬ ਕਿ ਹਰ ਬੈਂਕ ਇਹਨੂੰ ਇੰਡੀਪੈਂਡੈਂਟਲੀ ਹੈਂਡਲ ਕਰ ਰਹੀ ਹੈ, ਹਰ ਬੈਂਕ ਦੀ ਅੱਡ ਪਾਲਿਸੀ ਹੈ ਇਹ ਚੀਜ਼ ਨੂੰ ਹੈਂਡਲ ਕਰਦੀ। ਹਾਂ ਬਿਲਕੁਲ, ਹਰੇਕ ਬੈਂਕ ਦੀ ਆਪੋ ਆਪਣੀ ਪਾਲਿਸੀ ਹੈ। ਓਵਰਆਲ ਇਹ ਹੈ, ਗਵਰਨਮੈਂਟ ਨੇ ਕਿਹਾ ਕਿ ਤੁਸੀਂ ਹੈਲਪ ਕਰੋ ਬਾਰੋਵਰਸ ਦੀ ਜਿੰਨੀ ਵੀ ਹੋ ਸਕਦੀ ਹੈ। ਉਹ ਜਿਵੇਂ ਵੀ ਆਪਣੀ ਹੈਲਪ ਕਰਨੀ ਚਾਹੁੰਦੀਆਂ ਨੇ ਉਹ ਕਰ ਰਹੀਆਂ ਨੇ। ਸੋ ਪਰ ਇਹ ਧਿਆਨ ਰੱਖਣਾ ਕਿ ਜੇ ਆਪਾਂ ਹੁਣ 3 ਮਹੀਨੇ ਲਈ ਕਹਿ ਲਏ ਕਿ ਅਸੀਂ ਤੁਹਾਡੀ ਡੈਫਰ ਕਰ ਦਿਓ ਪੇਮੈਂਟ, ਆਪਾਂ ਐਂਡ ਅਪ ਹੋਵਾਂਗੇ ਜ਼ਿਆਦਾ ਕੋਸਟ ਆਪਾਂ ਨੂੰ ਪਊਗੀ ਉਹਦੀ। ਪਰ ਜੇ ਆਪਾਂ ਨੂੰ ਕੈਸ਼ ਫਲੋ ਦੀ ਪ੍ਰੋਬਲਮ ਨਹੀਂ ਹੈਗੀ ਤਾਂ ਆਪਾਂ ਨੂੰ ਬੈਟਰ ਹੈ ਕਿ ਆਪਾਂ ਉਹ ਦਿੰਦੇ ਰਹੀਏ।
ਹਾਂਜੀ ਹਾਂ, ਇੱਕ ਮਿੰਟ ਮੈਂ ਤੁਹਾਡੀ ਗੱਲ ਰੋਕਦਾ ਭਾਜੀ। ਹੁਣ ਇਹਨੂੰ ਆਪਾਂ ਐਜ਼ ਅ ਰੀਫਾਈਨੈਂਸਿੰਗ ਨਹੀਂ ਕਾਊਂਟ ਕਰ ਸਕਦੇ ਕਿਉਂਕਿ ਉਹ ਆਪਣਾ ਕ੍ਰੈਡਿਟ ਦੁਬਾਰਾ ਨਹੀਂ ਰਨ ਕਰਦੇ ਹਨ। ਨਹੀਂ ਜੀ, ਇਹ ਰੀਫਾਈਨੈਂਸਿੰਗ ਨਹੀਂ ਹੈਗੀ, ਇਹ ਬੈਂਕ ਵੱਲੋਂ ਹਾਂਜੀ ਡਿਫਰਮੈਂਟ ਹੈਗੀ ਆ, ਇਹ ਡੈਫਰ ਹਾਂਜੀ ਆਪਾਂ ਹਾਂਜੀ ਕਰ ਰਹੇ ਹਾਂ। ਹਾਂਜੀ, ਤੇ ਹੁਣ ਉਹਦੇ ਵਿੱਚ ਕਿਉਂਕਿ ਆਪਾਂ ਇਸ ਟਾਈਮ ਤੇ ਜਿੱਥੇ ਗੱਲ ਕਰ ਰਹੇ ਹਾਂ ਇਹ ਆਪਣੇ ਜਿਹੜੀ ਲੋਕਲ ਕਮਿਊਨਿਟੀ ਆ, ਦੇਸੀ ਕਮਿਊਨਿਟੀ ਆ, ਲਾਈਕ ਈਵਨ ਮੀ, ਲਾਈਕ ਮੈਂ ਆਪਣਾ ਸਮਝਦਾ ਕਿ ਮੈਂ ਨੌਲੇਜ ਰੱਖਦਾ ਬਹੁਤ, ਬਟ ਦ ਥਿੰਗ ਹੈ ਕਿ ਮੇਰਾ ਕੁਐਸਚਨ ਕਰਨ ਦਾ ਸੀਗਾ, ਮੇਰੇ ਕੋਲ ਕੁਐਸਚਨ ਆਏ ਆ ਤੇ ਇਸ ਲਈ ਮੈਂ ਆਨਸਰ ਚਾਹੁੰਦਾ ਕਿਉਂਕਿ ਅੱਜ ਸਾਨੂੰ ਮੌਕਾ ਮਿਲਿਆ ਤੁਹਾਡੇ ਥਰੂ ਇਹ ਗੱਲ ਪੁੱਛਣ ਦਾ। ਤੇ ਇਹਦੇ ਵਿੱਚ ਇਹ ਹੈਗਾ ਵਾ ਕਿ ਜਿਹੜੇ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੇ ਤੇ ਜਿਨ੍ਹਾਂ ਕੋ ਮਨੀ ਫਲੋ ਹੈਗੀ ਆ ਉਹ ਪਲੀਜ਼ ਪੇਮੈਂਟਸ ਕਰਨ ਟਾਈਮ ਤੇ ਜਿਨ੍ਹਾਂ ਕੋ ਜੇ ਕੋਈ ਵੀ ਉਸ ਤਰ੍ਹਾਂ ਦਾ ਹੈਗਾ ਵਾ ਤੇ ਦੈਨ ਦੇ ਕੈਨ ਡੂ ਇਟ। ਬਟ ਹਾਂਜੀ, ਤੇ ਠੀਕ ਹੈ ਪਰ ਭਾਜੀ। ਉਹੀ ਇੱਕ ਮੇਰਾ ਇਹੋ ਸੀਗਾ ਕਿ ਜਿੱਦਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰ ਹਨਾ ਕਿ ਆਪਣੀ ਲੋਕਲ ਕਮਿਊਨਿਟੀ ਦੇ ਵਿੱਚ ਕਿ ਆਪਾਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਇੱਕ ਬ੍ਰੇਕ ਮਿਲ ਗਿਆ 3 ਮਹੀਨੇ ਤੇ ਤੁਹਾਨੂੰ ਮਾਫ ਕਰਤਾ ਵਾ। ਸੋ ਆਪਣੇ ਦਿਮਾਗ ਚੋਂ ਸਾਰੇ ਕਮਿਊਨਿਟੀ ਜਿਨ੍ਹਾਂ ਨੂੰ ਨਹੀਂ ਸਮਝ ਲੱਗਦੀ, ਆਪਣੀ ਇੰਡੀਅਨ ਕਮਿਊਨਿਟੀ, ਪਾਕਿਸਤਾਨ, ਜਿੰਨੇ ਵੀ ਆਪਣੇ ਗਰੁੱਪ, ਜਿੰਨੇ ਵੀ ਆਪਣੇ ਲਾਈਕ ਹੈਗੇ ਨੇ, ਉਹਨਾਂ ਨੂੰ ਇੱਕ ਮਾਈਂਡ 'ਚ ਹੋਣੀ ਚਾਹੀਦੀ ਹੈ ਕਿ ਉਹ 3 ਮਹੀਨੇ ਦੇ ਪੈਸੇ ਉਹਨਾਂ ਨੇ ਮਾਫ ਨਹੀਂ ਕੀਤੇ ਆ। ਇਸ ਹੁਣ ਤੁਸੀਂ ਭਾਜੀ ਇਹਨੂੰ ਮੇਰੇ ਇਸ ਕੁਐਸਚਨ ਨੂੰ ਐਕਸਪਲੇਨ ਕਰ ਦਿਓ ਤੇ ਆਪਣਾ ਸ਼ੋਅ ਵਧੀਆ ਹੋ ਜਾਏਗਾ। ਬਿਲਕੁਲ। ਭਾਜੀ ਮੇਰਾ ਕੁਐਸਚਨ ਮੇਰੇ ਹਿਸਾਬ ਨਾਲ ਇਹ ਲੱਗਦਾ ਵੀ ਜਿੱਦਾਂ ਕਿਸੇ ਦੀ ਪੇਮੈਂਟ ਮੰਨ ਲਓ 2021 ਚ ਜਨਵਰੀ ਚ ਖਤਮ ਹੋਣਾ ਸੀ ਘਰ, ਤੇ ਉਹਦੀ ਜਾਣੀ ਕਿ 3 ਮਹੀਨੇ ਜਾ ਕੇ ਅਪ੍ਰੈਲ ਚ ਹੋਊ ਜਾ ਕੇ। ਬਿਲਕੁਲ ਨਹੀਂ, ਗਲਤ ਗੱਲ ਹੈ। ਮੈਂ ਤੁਹਾਨੂੰ ਦੱਸਦਾ, ਇਹ ਬੜਾ ਘਚੋਲਾ ਹੈ ਇਹ। ਜਿਵੇਂ ਹੁਣ ਮੈਂ ਵੀਰ ਜੀ ਨਾਲ ਹੁਣੇ ਗੱਲ ਕੀਤੀ ਹੈ, ਭਾਜੀ ਨੇ ਹਰ ਬੈਂਕ ਨੂੰ ਇੰਡੀਪੈਂਡੈਂਟਲੀ ਹੈਂਡਲ ਕਰ ਰਿਹਾ ਜੀ। ਤੁਹਾਡੀ ਬੈਂਕ ਦੀਆਂ ਤੁਸੀਂ ਮੰਨ ਲਓ ਹੁਣੇ ਲੋਨ ਲਿਆ, ਠੀਕ ਹੈ, ਤੁਹਾਡਾ 30 ਸਾਲ ਦਾ ਲੋਨ ਪਿਆ। 2 ਤਰੀਕੇ ਨਾਲ ਇਹ ਚੀਜ਼ ਨੂੰ ਹੈਂਡਲ ਕੀਤਾ ਜਾ ਸਕਦਾ। ਪਹਿਲਾ ਤਰੀਕਾ ਵੀ ਗਵਰਨਮੈਂਟ ਕਹੇ ਕਿ ਹਾਂ, ਜਾਂ ਤੁਹਾਡਾ ਬੈਂਕ ਕਹੇ ਕਿ ਤੁਹਾਡੀ ਤੁਸੀਂ 3 ਮਹੀਨੇ ਨਹੀਂ ਦਿੱਤੇ ਤੇ ਆਏ ਆ ਵੀ ਤੁਹਾਡੀ ਤੁਹਾਡੀ 30 ਸਾਲ ਦੀ ਪੇਮੈਂਟ ਹੈ, ਹਾਂ 30 ਸਾਲ 3 ਮਹੀਨੇ ਦਿੱਤੇ ਤੇ 30 ਸਾਲ 3 ਮਹੀਨੇ ਬਾਅਦ ਤੁਹਾਡੀ ਪੇਮੈਂਟ ਖਤਮ ਹੋ ਜਾਊਗੀ। ਇਹ ਤਾਂ ਇੱਕ ਤਰੀਕਾ ਜਿਹੜਾ ਕਿ ਬਹੁਤ ਹੀ ਫਾਇਦੇਮੰਦ ਹੈ, ਬੰਦੇ ਨੂੰ ਉਹਨੂੰ ਕਰਨਾ ਚਾਹੀਦਾ। ਦੂਸਰਾ ਤਰੀਕਾ ਇਹ ਹੈ, ਉਹ ਕਹੂਗਾ ਹਾਂ ਭਾਈ ਤੁਹਾਡਾ ਲੋਨ 4 ਲੱਖ ਲੋਨ ਸੀਗਾ, $5000 ਤੁਹਾਡੀ ਮਹੀਨੇ ਦੀ ਕਿਸ਼ਤ ਸੀ, ਤੁਸੀਂ 15000 3 ਮਹੀਨਿਆਂ ਚ ਲੋਨ ਨਹੀਂ ਦਿੱਤਾ, ਹੁਣ ਤੁਹਾਡਾ ਲੋਨ ਜਿਹੜਾ ਹੈਗਾ ਉਹ 4 ਲੱਖ ਤੇ 15000 ਹੋ ਗਿਆ। ਹੁਣ ਜਿਹੜਾ ਵਿਆਜ 30 ਸਾਲ ਚੱਲਣਾ ਉਹ 4 ਲੱਖ ਤੇ 15000 ਵਿਆਜ ਚੱਲਣਾ, ਉਹਦੇ ਤੇ ਅਸੀਂ ਉਹ 15000 ਜਿਹੜਾ ਤੁਸੀਂ ਨਹੀਂ ਦਿੱਤਾ ਉਸ 15000 ਤੇ ਅਸੀਂ ਅਗਲੇ 30 ਸਾਲ ਤੱਕ ਹਰ ਮਹੀਨੇ ਉਹ 15000 ਤੇ ਤੁਹਾਨੂੰ ਲੋਨ ਦੇਣਾ ਪੈਣਾ। There are 2 ways to deal with that. ਇਹ ਹੁਣ ਤੁਹਾਨੂੰ ਆਪਦੇ ਬੈਂਕ ਨਾਲ ਮੱਥਾ ਮਾਰਨਾ ਪੈਣਾ, ਗੱਲ ਕਰਨੀ ਪੈਣੀ ਹੈ ਵੀ ਤੁਸੀਂ ਸਿਰਫ ਜਿਹੜਾ 3 ਮਹੀਨੇ ਮੈਂ ਹੁਣ ਦਿੱਤਾ ਉਹ ਬਸ 3 ਮਹੀਨੇ ਐਂਡ ਤੇ ਐਡ ਕਰੋਗੇ ਕਿ ਜਾਂ 3 ਮਹੀਨੇ ਮੇਰੇ ਟੋਟਲ ਰਿਸੀਵੇਬਲ ਦੇ ਵਿੱਚ ਐਡ ਕਰੋਗੇ। ਇਹ ਬੈਂਕਾਂ, ਹਰ ਬੈਂਕ ਇਹਨੂੰ ਇੰਡੀਪੈਂਡੈਂਟ ਤਰੀਕੇ ਨਾਲ, ਡਿਫਰੈਂਟ ਤਰੀਕੇ ਨਾਲ ਹੈਂਡਲ ਕਰ ਰਹੀ ਹੈ। ਇਹ ਬਹੁਤ ਗੁੰਝਲਦਾਰ ਕੁਐਸਚਨ ਹੈ। ਇਹ ਨਾ ਇੱਕ ਬੜੀ ਵਧੀਆ, ਅੱਛਾ ਇਹਦੇ ਵਿੱਚ ਇੱਕ ਇਹ ਚੀਜ਼ ਹੈਗੀ ਆ ਹਰਮਨ ਜੀ, ਹਾਂਜੀ, ਕਿ ਇਹ ਰੈਗੂਲੇਸ਼ਨ ਹੈਗੀ ਆ, ਉਹਦੇ ਵਿੱਚ ਨਾ ਕੋਈ ਵੀ ਬੈਂਕ ਜਿਹੜਾ ਹੁਣ ਕਹਿ ਲਓ ਪ੍ਰਿੰਸੀਪਲ ਹੈ, ਹਾਂਜੀ, ਉਹ ਪ੍ਰਿੰਸੀਪਲ ਜੇ 3 ਮਹੀਨਿਆਂ ਦਾ ਉਹ ਪ੍ਰਿੰਸੀਪਲ ਤੇ ਇੰਟਰਸਟ ਹੋ ਗਿਆ ਹਨਾ, ਤੇ ਜਿਹੜਾ ਇੰਟਰਸਟ ਹੈ ਉਹਨੂੰ ਉਹ ਪ੍ਰਿੰਸੀਪਲ ਦੇ ਵਿੱਚ ਨਹੀਂ ਐਡ ਕਰ ਸਕਦੇ। ਮਤਲਬ ਉਹਦੇ ਤੇ ਇਹ ਨਹੀਂ ਹੋਣਾ ਕਿ ਕਹਿ ਲਓ ਉਹ ਜਿਹੜਾ ਇੰਟਰਸਟ ਨਹੀਂ ਦਿੱਤਾ ਆਪਾਂ ਉਹ ਪ੍ਰਿੰਸੀਪਲ ਚ ਐਡ ਕਰ ਦਿੱਤਾ, ਤੇ ਪ੍ਰਿੰਸੀਪਲ ਹੁਣ ਆਪਣਾ ਉਹਦੇ ਤੇ ਆਪਾਂ ਨੂੰ ਪਿਛਲੇ 20 ਸਾਲ ਜਿਹੜੇ ਰਹਿੰਦੇ ਨੇ ਉਹਦੇ ਤੇ ਆਪਾਂ ਨੂੰ ਵਿਆਜ ਦੇਣਾ ਪਏਗਾ। ਹਾਂ, ਜਿਹੜਾ ਇੰਟਰਸਟ ਹੈ ਉਹ ਪ੍ਰਿੰਸੀਪਲ ਦੇ ਵਿੱਚ ਐਡ ਨਹੀਂ ਕਰਦੇ, ਐਡ ਨਹੀਂ ਹੋ ਸਕਦਾ। ਹਾਂ, ਪਰ ਬਾਕੀ ਇਹ ਹੈ ਕਿ ਬਾਕੀ ਇਹ ਹੈ ਕਿ ਤੁਸੀਂ ਹਾਂਜੀ ਭਾਜੀ, ਉਹ ਮੇਰਾ ਉਹ ਕੁਐਸਚਨ ਵਿੱਚੇ ਰਹਿ ਗਿਆ ਜੀ ਵੀ ਜਿਹਦਾ ਕ੍ਰੈਡਿਟ ਹੈ ਨਹੀਂਗਾ, ਹਾਂਜੀ ਤੇ ਉਸ ਬੰਦੇ ਬਾਰੇ ਕੀ ਸੁਜੈਸ਼ਨ ਹੈਗਾ? ਉਹ ਬੰਦਾ ਕਿਸ ਤਰ੍ਹਾਂ ਮਤਲਬ ਰੀਫਾਈਨੈਂਸ ਕਰਵਾ ਸਕਦਾ? ਹਾਂਜੀ ਹਾਂ, ਸੋ ਮਤਲਬ ਕਿ ਇੱਥੇ ਥੋੜੀ ਜਿਹੀ ਹਾਸੇ ਵਾਲੀ ਗੱਲ ਇਹ ਹੈ ਕਿ ਅਮਰੀਕਾ ਦੇ ਵਿੱਚ ਕ੍ਰੈਡਿਟ ਹੋਣਾ ਮਤਲਬ ਕਿ ਬਹੁਤ ਜ਼ਰੂਰੀ ਹੈ, ਤੁਹਾਨੂੰ ਪਤਾ ਹੀ ਹੈ। ਕਰੈਕਟ, ਸਹੀ ਗੱਲ ਆ। ਪਰ ਜੇ ਕਿਸੇ ਬੰਦੇ ਨੂੰ ਨਾ ਪਤਾ ਹੋਵੇ ਜਾਂ ਕਿਸੇ ਨੂੰ ਕੋਈ ਗਾਈਡੈਂਸ ਨਾ ਮਿਲੀ ਹੋਵੇ ਜਾਂ ਉਹ ਕਿਸੇ ਭੁਲੇਖੇ 'ਚ ਰਹਿ ਗਿਆ ਹੋਵੇ, ਹਾਂਜੀ, ਫਿਰ ਉਸ ਬਾਰੇ ਕੀ ਆ? ਭਾਜੀ ਇੱਕ ਮਿੰਟ, ਸੋ ਗੱਲ ਤੁਹਾਨੂੰ ਬੈਂਕਰ ਨੇ ਇਹੀ ਪੁੱਛਣੀ ਹੈ ਕਿ ਤੁਸੀਂ ਨਾ ਸਾਨੂੰ ਇੱਕ ਮਿੰਟ ਪਰਵਿੰਦਰ ਸਾਰੀ ਉਹ ਮੈਂ ਭਾਜੀ ਦਾ ਕੁਐਸਚਨ ਦੁਬਾਰਾ ਰਿਪੀਟ ਕਰਨਾ ਚਾਹੁੰਦਾ। ਉਹਨਾਂ ਨੇ ਪੁੱਛਿਆ ਕਿ ਜਿਹਨਾਂ ਦਾ ਕ੍ਰੈਡਿਟ ਨਹੀਂ ਹੈਗਾ ਉਹ ਰੀਫਾਈਨੈਂਸ ਕਿਵੇਂ ਕਰਦਾ, ਰਾਈਟ? ਪਰ ਮੈਨੂੰ ਲੱਗਦਾ ਜੇ
ਉਹਨਾਂ ਨੇ ਪਹਿਲਾਂ ਫਾਈਨੈਂਸ ਕਰਵਾਇਆ, ਉਹਨਾਂ ਨੇ ਕ੍ਰੈਡਿਟ ਬਣ credit ਚੁੱਕਾ ਹੋਣਾ ਹੋਣਾ ਚਾਹੀਦਾ ਹੁਣ ਤੱਕ, ਹਾਂ ਹਾਂ ਕ੍ਰੈਡਿਟ ਹੋਣਾ ਚਾਹੀਦਾ ਹੁਣ ਤੱਕ ਫਿਰ ਉਹਨਾਂ ਨੂੰ। ਜੇ ਫਾਈਨੈਂਸ ਕਰਾਇਆ ਹੋਇਆ ਤਾਂ ਫਿਰ ਕ੍ਰੈਡਿਟ ਹੋਊਗਾ, ਤਾਂ ਫਾਈਨੈਂਸ ਕਰਾਇਆ ਹੋਊਗਾ। ਜੇ ਕ੍ਰੈਡਿਟ ਹੀ ਨਹੀਂ ਹੈਗਾ ਤਾਂ ਫਾਈਨੈਂਸ ਨਹੀਂ, ਮੇਰੇ ਕਿਵੇਂ ਖਿਆਲ ਆਊਗਾ? ਵੀਰ ਜੀ ਉਹ- ਪੁੱਛ ਰਹੇ ਸੀਗੇ ਕਿ ਪਹਿਲੀ ਵਾਰੀ ਬਿਲਕੁਲ ਸਹੀ, ਮੇਰੇ ਖਿਆਲ। ਬਿਲਕੁਲ ਸਹੀ ਗੱਲ ਤੁਹਾਡੀ ਜੋ ਤੁਸੀਂ ਕਹਿ ਰਹੇ ਹੋ, ਬਿਲਕੁਲ ਸਹੀ ਆ। ਇਹੀ ਸਵਾਲ ਮੈਂ ਵੀ ਆਪਣੇ ਜਿਨ੍ਹਾਂ ਨੂੰ ਅਸੀਂ ਮੌਰਗੇਜ ਪੇ ਕਰੀ ਦੀ ਉਹਨਾਂ ਨੂੰ ਪੁੱਛਿਆ ਸੀਗਾ ਬਈ ਜੇ ਹੁਣ ਰੀਫਾਈਨੈਂਸ ਨਹੀਂ ਕਰਵਾ ਸਕਦੇ, ਉਹਨਾਂ ਦਾ ਕ੍ਰੈਡਿਟ ਨਹੀਂ ਹੈ, ਤੇ ਪਹਿਲਾਂ ਉਹਨਾਂ ਨੂੰ ਲੋਨ ਕਿੱਦਾਂ ਮਿਲਿਆ? ਉਹ ਐਗਜ਼ੈਕਟਲੀ। ਕਹਿੰਦੇ ਜੀ ਉਹਨਾਂ ਨੂੰ ਲੋਨ ਮਿਲਿਆ ਹੈਗਾ ਆ ਵੀ ਪਹਿਲਾਂ ਇਦਾਂ ਚੱਲਦਾ ਸੀਗਾ, ਪਹਿਲਾਂ ਹਾਂ, ਇਦਾਂ ਇਹ ਲੋਨ ਚੀਜ਼ ਮਿਲ ਹੋ ਜਾਂਦਾ ਸਕਦੀ ਸੀ ਹੈ। ਵਿਦਆਊਟ ਕ੍ਰੈਡਿਟ। ਹਾਂ ਹਾਂ ਬਿਲਕੁਲ। ਤੁਸੀਂ ਭਾਜੀ ਨਾ ਹੁਣ ਇੱਕ ਤੋਂ ਮਿੰਟ, ਇੱਕ ਮੈਂ ਕੁਐਸਚਨ ਆਇਆ ਮਾਈਂਡ 'ਚ ਕਿ ਇਹਨਾਂ ਨੇ ਕਈ ਵਾਰ ਹੁੰਦਾ ਨਾ ਰੈਂਟ ਟੂ ਬਾਏ ਵਾਲਾ ਤੇ ਨਹੀਂ ਇਹਨਾਂ ਕੋਲ ਪਲਾਨ ਹੈਗਾ? ਹਾਂ ਨਹੀਂ ਨਹੀਂ, ਉਹ ਇਸ ਤਰ੍ਹਾਂ ਮੈਂ ਸਮਝ ਗਿਆ ਗੱਲ ਕਿ ਲੋਨ ਜਿਹੜਾ ਇਹ ਜਿਹਦੀ ਗੱਲ ਕਰਦੇ ਨੇ ਨਾ, ਜੇ ਪਹਿਲਾਂ ਹੋਇਆ ਹੈ ਅੱਜ ਤੋਂ ਮਤਲਬ ਕਹਿ ਲਓ 2005 6 7 ਦੇ ਟਾਈਮ 15 ਸਾਲ ਪਹਿਲਾਂ ਜੀ, 15 ਸਾਲ ਪਹਿਲਾਂ ਹੋਇਆ ਹੈ। ਉਹੀ ਗੱਲ ਹੋ ਗਈ, ਬਸ 2005 ਦੀ ਗੱਲ ਹੈ ਉਹ। ਉਦੋਂ ਜਿਹੜੇ ਲੋਨ ਸੀ ਨਾ ਸਬ ਪ੍ਰਾਈਮ ਲੋਨ ਹੁੰਦੇ ਸੀਗੇ ਕਿ ਬੈਂਕਾਂ ਨੂੰ ਇੰਨੀ ਛੂਟ ਦਿੱਤੀ ਗਈ ਸੀ ਕਿ ਤੁਸੀਂ ਜੀ ਜਿੱਦਾਂ ਮਰਜ਼ੀ ਲੋਨ ਕਰ ਦਿਓ, ਜਿਵੇਂ ਮਰਜ਼ੀ ਕਰੋ। ਰੈਗੂਲੇਸ਼ਨਸ ਬਿਲਕੁਲ ਹੀ ਖਤਮ ਹੋਈਆਂ ਸੀਗੀਆਂ। ਉਦੋਂ ਬੈਂਕਾਂ ਕੀ ਕਰਦੀਆਂ ਸੀ, ਜਿਹੜੀ ਰੈਗੂਲੇਟਰੀ ਬਾਡੀਜ਼ ਹੈਗੀਆਂ ਨੇ ਬੈਂਕਾਂ ਨੂੰ ਰੈਗੂਲੇਟ ਕਰਦੀਆਂ ਨੇ, ਉਹਨਾਂ ਨੇ ਬਹੁਤ ਖੁੱਲ੍ਹ ਦਿੱਤੀ ਹੋਈ ਸੀ। ਉਹ ਲੋਕਾਂ ਨੇ ਉਦੋਂ ਮਤਲਬ ਬੈਂਕਾਂ ਨੇ ਚੱਕ ਕੇ ਸਾਰਿਆਂ ਨੂੰ, ਕਿਸੇ ਦਾ ਕ੍ਰੈਡਿਟ ਹੈ ਕਿਸੇ ਦਾ ਨਹੀਂ ਹੈ, ਡੈਟ ਟੂ ਇਨਕਮ ਹੈ, ਉਹ ਦੇਈ ਜਾ ਰਹੇ ਸੀ। ਇਸੇ ਕਰਕੇ ਜਿਹੜੀ ਮੌਰਗੇਜ ਕ੍ਰਾਈਸਿਸ ਆਈ ਸੀਗੀ 2007-8 ਦੇ ਵਿੱਚ। ਸੋ ਉਹ ਜੇ ਹੋਇਆ ਪਰ ਹੁਣ ਤੱਕ ਉਹਦੀਆਂ ਪੇਮੈਂਟਸ ਗਈਆਂ ਹੋਈਆਂ ਨੇ ਟਾਈਮ ਲਈ, ਤਾਂ ਮੈਨੂੰ ਲੱਗਦਾ ਉਹ ਕ੍ਰੈਡਿਟ ਉਹ ਬਣਿਆ ਹੋਣਾ ਤੇ ਤੁਹਾਨੂੰ ਕੋਈ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਜੀ। ਹੁਣ ਇਸ ਤਰ੍ਹਾਂ ਗੱਲ ਆ ਬਈ ਉਹੀ ਗੱਲ ਵੀ ਮੈਂ ਇਸ ਵੇਲੇ 6.25% 6.25 ਸਮਥਿੰਗ ਮੈਂ ਪੇ ਕਰ ਰਿਹਾ ਆ ਇੰਟਰਸਟ। ਅੱਛਾ, ਇਹਦਾ ਰੀਜ਼ਨ ਕੀ ਤੁਹਾਨੂੰ ਕਹਿ ਰਹੇ ਨੇ ਵੀ ਤੁਹਾਡਾ ਰੀਜ਼ਨ credit ਉਹ ਨਹੀਂ ਵੀ ਹੈਗਾ? ਤੁਸੀਂ ਰੀਫਾਈਨੈਂਸ ਨਹੀਂ ਕਰਵਾ ਸਕਦੇ ਕਿਉਂਕਿ ਹੁਣ ਤੁਸੀਂ ਕੋਈ ਜੌਬ ਨਹੀਂ ਕਰਦੇ, ਤੁਹਾਡਾ ਕੋਈ ਕ੍ਰੈਡਿਟ ਨਹੀਂ ਹੈਗਾ ਇਸ ਵੇਲੇ। ਹਾਂ, ਹੁਣ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ, ਇਹ ਬੜੀ ਜ਼ਰੂਰੀ ਹੈ ਕਿ ਤੁਸੀਂ ਇੱਕ ਤਾਂ ਕ੍ਰੈਡਿਟ ਵਾਲੀ ਗੱਲ ਆ ਗਈ, ਉਹਦੇ ਵਿੱਚ ਉਹ ਮੈਨੂੰ ਨਹੀਂ ਲੱਗਦਾ ਕਿ ਐਡੀ ਮੈਟਰ ਕਰਦੀ ਹੈ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਜੌਬ ਨਹੀਂ ਕਰਦੇ, ਇਹ ਚੀਜ਼ ਨੂੰ ਉਹ ਜ਼ਿਆਦਾ ਕੰਸੀਡਰ ਕਰ ਰਹੇ ਹੋਣਗੇ ਕਿ ਤੁਸੀਂ ਜਦੋਂ ਜੌਬ ਹੈ ਨਹੀਂ ਗੀ ਤੇ ਗੋਇੰਗ ਇਨ ਦ ਫਿਊਚਰ ਕਿ ਤੁਸੀਂ ਕਿੱਦਾਂ ਮੇਨਟੇਨ ਰੱਖੋਗੇ ਜਿਹੜੀਆਂ ਤੁਹਾਡੀਆਂ ਮੰਥਲੀ ਪੇਮੈਂਟਸ ਹੈਗੀਆਂ। ਨਹੀਂ, ਉਹ ਤਾਂ ਸਵਾਲ ਠੀਕ ਹੈ ਤੁਹਾਡਾ, ਉਹ ਗੱਲ ਠੀਕ ਹੈ, ਪਰ ਜਦ ਉਹਨਾਂ ਨੂੰ ਪੇਮੈਂਟ ਟਾਈਮ ਸਿਰ ਮਿਲੀ ਜਾਂਦੀ ਆ ਰਾਈਟ ਬੈਂਕ ਨੂੰ, ਪਰ ਹੁਣ ਜੇ ਇਸ ਵੇਲੇ 2.5 ਜਾਂ 2.4 ਜਾਂ ਅਪਰੋਕਸੀਮੇਟਲੀ 3% ਹੈਗਾ ਆ ਤੇ ਉਹ ਬੰਦਾ 6.25% ਪੇ ਕਰ ਰਿਹਾ ਆ, ਤੇ ਵਾਟ ਇਜ਼ ਦ ਸੋਲੂਸ਼ਨ ਫॉर दैट ਆਈ ਮੀਨ ਟੂ ਸੇ। ਹਾਂ ਬਿਲਕੁਲ ਤੁਹਾਡੀ ਹੁਣ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਕਿ ਤੁਹਾਡੀ ਆਪਣੀ ਲਿਕੁਇਡਿਟੀ ਕਿੰਨੀ ਹੈ, ਤੁਹਾਡੇ ਕੋਲੇ ਆਪਣੇ ਕਿੰਨੇ ਪੈਸੇ ਮਤਲਬ ਕਿ ਅਕਾਊਂਟ ਦੇ ਵਿੱਚ ਪਏ ਨੇ, ਕਿ ਉਹ ਜਦ ਤੁਹਾਡੇ ਕੋਲ ਜੌਬ ਨਹੀਂ ਹੈਗੀ ਕਿ ਉਹ ਕਿੰਨਾ ਟਾਈਮ ਤੁਸੀਂ ਪੇਮੈਂਟਸ ਕਰ ਸਕਦੇ ਹੋ, ਸਾਲ ਕਰ ਸਕਦੇ ਹੋ, 6 ਮਹੀਨੇ ਕਰ ਸਕਦੇ ਹੋ, ਮਤਲਬ ਕਿ ਮੇਬੀ ਫॉर ਰੈਸਟ ਆਫ ਦ ਲੋਨ ਟਰਮ। ਜੇ ਤੁਸੀਂ ਅਗਲੇ 20-25 ਸਾਲਾਂ ਦਾ ਤੁਹਾਡੇ ਕੋਲ ਲਿਕੁਇਡਿਟੀ ਪਈ ਹੈ ਤਾਂ ਫਿਰ ਬੈਂਕ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਬਟ ਦੇ ਵਿਲ ਆਸਕ ਯੂ ਕਿ ਉਹ ਜਿਹੜੀ ਲਿਕੁਇਡਿਟੀ ਹੈ ਉਹ ਸਾਡੇ ਕੋਲੇ ਰੱਖੋ, ਕਿ ਜਿਹੜੇ ਤੁਹਾਡੇ ਕੋਲੇ ਹੁਣ ਜੇ ਆਪਾਂ ਕਹਿ ਲਓ ਆਪਣਾ ਲੋਨ $1.5 ਲੱਖ ਰਹਿੰਦਾ, ਤੁਹਾਡੇ ਕੋਲੇ $1.5 ਲੱਖ ਦੇ ਅਕਾਊਂਟ 'ਚ ਹੀ ਪਿਆ, ਉਹਨਾਂ ਨੇ ਕਹਿਣਾ ਇਹ ਐਂ ਕਰੋ ਜਿਹੜਾ $1.5 ਲੱਖ ਹੈ ਸਾਡੇ ਕੋਲੇ ਅਕਾਊਂਟ 'ਚ ਰੱਖ ਦਿਓ, ਅਸੀਂ ਇਹਦੇ 'ਚੋਂ ਪੇਮੈਂਟਾਂ ਕਰੀ ਜਾਵਾਂਗੇ, then there should be no problem. ਸੋ ਭਾਜੀ ਅਨਦਰ ਥਿੰਗ, ਇੱਕ ਮਿੰਟ ਅਨਦਰ ਥਿੰਗ, ਮੈਂ ਸੌਰੀ, ਅਨਦਰ ਥਿੰਗ ਇਹ ਹੋ ਸਕਦੀ ਹੈ ਕਿ ਜਦੋਂ ਆਪਾਂ ਕੋਈ ਵੀ ਲੋਨ ਲੈਨੇ ਆ, ਈਵਨ ਕ੍ਰੈਡਿਟ ਕਾਰਡ ਵਟਐਵਰ ਹੈ ਨਾ, ਤੇ ਜਦੋਂ ਆਪਾਂ ਐਗਰੀ ਹੋ ਜਾਂਦੇ ਆ ਕੰਟਰੈਕਟ ਦੇ ਉੱਪਰ ਵੀ ਫॉर दैट ਪੀਰੀਅਡ ਹੈ ਨਾ, ਤੇ ਆਈ ਥਿੰਕ ਦਾ ਓਨਲੀ ਥਿੰਗ ਜਿਹੜਾ ਉਹਨੂੰ ਚੇਂਜ ਕਰ ਸਕਦਾ ਰੀਫਾਈਨੈਂਸਿੰਗ ਹੈ ਨਾ। ਹਾਂਜੀ ਜਿਹੜਾ ਆਪਾਂ ਲੌਕ ਹੁੰਨੇ ਆ ਨਾ ਕਿਸੇ ਵੀ ਚੀਜ਼ ਦੇ ਵਿੱਚ ਲੋਨ, ਲਾਈਕ ਈਵਨ ਹਾਊਸ ਬਾਏ ਕਰਦੇ, ਕੋਈ ਵੀ ਆਪਾਂ ਲੌਕ ਹੋ ਜਾਂਦੇ ਆ ਨਾ, ਈਵਨ ਕ੍ਰੈਡਿਟ ਕਾਰਡ ਵੀ ਆਪਾਂ ਲੈਂਦੇ ਆ ਤੇ ਉਹ ਕੰਟਰੈਕਟ ਸਾਈਨ ਕਰਦੇ ਆ ਤੇ ਵੀ ਆ ਲੌਕਡ ਇਨ ਕਿ ਇੰਨੇ % ਦੇ ਉੱਤੇ ਹੈ ਨਾ। ਸੋ ਉਹ ਦੈਸ ਜਿਹੜਾ ਹੁਣ 2.5 ਆ ਜਿਹੜੇ ਹਿਸਾਬ ਨਾਲ ਜਾਂ 3.75 ਤੱਕ ਜਾ ਰਿਹਾ ਨਾ, ਉਹ ਮੇਰੇ ਹਿਸਾਬ ਨਾਲ ਇਹ ਲੱਗ ਰਿਹਾ ਕਿ ਜਿਹੜੇ ਨਿਊ ਬਾਇਰਸ ਵਾਸਤੇ ਆ, ਜੇ ਆਲਰੇਡੀ ਵਿਦ ਕ੍ਰੈਡਿਟ ਔਰ ਵਾਟਐਵਰ, ਮੈਨੂੰ ਨਹੀਂ ਪਤਾ ਕਿ ਉਹ ਤੁਹਾਨੂੰ ਜ਼ਿਆਦਾ ਪਤਾ ਵਾ, ਪਰ ਮੇਰਾ ਇੱਕ ਉਹ ਹੁੰਦਾ ਵਾ ਜ਼ਰੀਆ ਕਿ ਉਸ ਗੱਲ ਨੂੰ ਆਪਾਂ ਕਲੀਅਰ ਕਰ। ਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਤਾਂ ਭਾਜੀ ਕਹਿ ਰਹੇ ਕ੍ਰੈਡਿਟ ਕਿੱਦਾਂ ਬਿਲਡ ਕਰ ਸਕਦੇ ਆ, ਤੇ ਜਿਸ ਤਰ੍ਹਾਂ ਤੁਸੀਂ ਬੈਂਕ ਤੋਂ, ਮੇਰੇ ਵਾਈਫ 20 ਸਾਲਾਂ ਤੋਂ ਬੈਂਕ 'ਚ ਕੰਮ ਕਰਦੇ ਨੇ, ਸਿਟੀਜ਼ਨ ਬੈਂਕ ਦੇ ਵਿੱਚ, ਬਟ ਆਈ ਮੀਨ ਰੀਸੈਂਟਲੀ ਉਹਨਾਂ ਨੇ ਆ ਲੋਨ ਵਗੈਰਾ ਦੇ ਵਿੱਚ ਉਹਨਾਂ ਦਾ ਡਿਪਾਰਟਮੈਂਟ ਆਇਆ ਵਾ, ਤੇ ਮੈਂ ਉਸ ਹਿਸਾਬ ਨਾਲ ਹੀ ਗੱਲ ਕਰਾਂ, ਮੈਂ ਜਸਟ ਇਸ ਹਿਸਾਬ ਨਾਲ ਗੱਲ ਕਰਾਂ ਕਿ ਦੇਖਣ ਜੇ ਕਿਸੇ ਨੇ ਕ੍ਰੈਡਿਟ ਸਟਾਰਟ ਕਰਨਾ ਭਾਈ, ਤੇ ਉਹਨਾਂ ਨੂੰ ਤੁਸੀਂ ਇਹ ਵੀ ਐਡਵਾਈਸ ਦੇ ਦਿਆ ਕਰੋ ਕਿ ਵਿਦ ਸਿਕਿਉਰਡ ਕਾਰਡ ਜਾਂ ਸਮਥਿੰਗ ਦੈਟ
ਉਹਦੇ ਨਾਲ ਕ੍ਰੈਡਿਟ ਸਟਾਰਟ ਕਰ ਸਕਦੇ ਐਟਲੀਸਟ ਜੇ ਉਹਨਾਂ ਦਾ ਬੈਂਕ ਅਕਾਊਂਟ ਹੈਗਾ ਤੇ। ਪਰ ਭਾਜੀ ਦਾ ਹਾਂਜੀ। ਜਿੱਥੋਂ ਤੱਕ ਮੈਨੂੰ ਭਾਜੀ ਦਾ ਕੁਐਸਚਨ ਲੱਗਦਾ ਨਾ, ਉਹਨਾਂ ਦਾ ਇੰਸਟੈਂਟੇਨੀਅਸ ਕੁਐਸਚਨ ਹੈ ਵੀ ਠੀਕ ਹੈ ਵੀ ਮੇਰੇ ਕੋਲ ਲੋਨ ਪੁਰਾਣਾ ਸੀ, ਮੈਂ ਪਰ ਇਸ ਟਾਈਮ ਤੇ ਆਪਦਾ ਕ੍ਰੈਡਿਟ ਦਿਖਾ ਨਹੀਂ ਸਕਦਾ, ਪਰ ਮੇਰੇ ਕੋਲ ਕੀ ਆਪਸ਼ਨ ਨੇ ਕਿ ਮੈਂ ਰੀਫਾਈਨੈਂਸ ਕਰਾ ਸਕਾਂ। ਬਲਕਿ ਮੇਰਾ ਪੁਰਾਣਾ ਲੋਨ ਹੈ 6.5% ਤੇ ਹੁਣ ਜਿਵੇਂ ਲੋਨ 2.5% ਜਾਂ 3% ਤੇ ਚੱਲ ਰਿਹਾ, ਤੇ ਕੀ ਆਪਸ਼ਨ ਹੈ ਜਾਂ ਕਿਸ ਤਰੀਕੇ ਨਾਲ ਮੈਂ ਉਹ ਚੀਜ਼ ਬਈ ਮਤਲਬ ਆਪਦਾ ਲੋਨ ਰੀਫਾਈਨੈਂਸ ਕਰਕੇ ਆਪਦੀ ਪੇਮੈਂਟ ਲੋ ਕਰ ਸਕਾਂ। ਮੈਂ ਵੀ ਉਹ ਗੱਲ ਕਰ ਰਿਹਾ ਕਿ ਰੀਫਾਈਨੈਂਸਿੰਗ ਉਹਦੇ ਵਿੱਚ ਦੀ ਆਪਸ਼ਨ ਹੈਗੀ ਆ ਕਿ ਉਸ ਚੀਜ਼ ਨੂੰ ਕਲੀਅਰ ਕਰੋ, ਉਹ ਮੈਂ ਕਹਿ ਰਿਹਾ। ਹਾਂ, ਗੱਲ ਇਹ ਹੈ ਕਿ ਦੇਖੋ, ਪਹਿਲੀ ਗੱਲ ਤਾਂ ਮਤਲਬ ਜਿਹੜੇ ਆਪਾਂ ਕ੍ਰੈਡਿਟ ਦੀ ਜੇ ਗੱਲ ਕਰੀਏ, ਮੈਨੂੰ ਲੱਗਦਾ ਕ੍ਰੈਡਿਟ ਤਾਂ ਹੋਣਾ ਵੀਰ ਜੀ ਹੋਣਾ ਦਾ, ਤੇ ਪਰ ਉਹ ਜਿਹੜੀ ਬੈਂਕ ਨੂੰ ਜਿੱਥੇ ਰਿਸਕ ਲੱਗ ਰਿਹਾ ਹੈ ਨਾ, ਉਹ ਰਿਸਕ ਕਿ ਜਿਹੜੀ ਜੌਬ ਨਹੀਂ ਹੈਗੀ ਉਹ ਚੀਜ਼ ਦਾ ਉਹਨਾਂ ਨੂੰ ਰਿਸਕ ਹੈਗਾ। ਸੋ ਤੁਸੀਂ ਉਹਨਾਂ ਨਾਲ ਕੀ ਬੈਟਰ ਸੋਲੂਸ਼ਨ ਇਹਦਾ ਕੀ ਹੈ ਕਿ ਉਹਨਾਂ ਨਾਲ ਤੁਸੀਂ ਬੈਠੋ ਤੇ ਉਹਨਾਂ ਮੀਟਿੰਗ ਨੂੰ ਸੈਟਅਪ ਕਰੋ। ਹਾਂ, ਜੇ ਆਪਣੇ ਕੋਲੇ ਲਿਕੁਇਡਿਟੀ ਹੈਗੀ ਹੈ ਤੇ ਬੈਂਕ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਭਾਈ ਤੁਸੀਂ ਕ੍ਰੈਡਿਟ ਚੈੱਕ ਤਾਂ ਕਰੋ ਆਪਣਾ ਪਲੀਜ਼, ਆਪਣਾ ਫ੍ਰੀ ਤੁਸੀਂ ਕ੍ਰੈਡਿਟ ਸਕੋਰ ਲੈ ਸਕਦੇ ਜਿੰਨੇ ਬਿਊਰੋ ਤੋਂ। ਬਿਲਕੁਲ, ਅੱਜ ਕੱਲ ਫ੍ਰੀ ਹੈਗੀਆਂ ਨੇ ਜਿਹੜੀਆਂ ਫਰਮਾਂ ਨੇ ਤੁਹਾਡਾ ਕ੍ਰੈਡਿਟ ਕਰਦੀਆਂ ਨੇ। ਤੁਸੀਂ ਇਹ ਮੋਨੀਟਰ, ਤੁਹਾਨੂੰ ਨਾ ਰੈਗੂਲਰਲੀ ਤੁਹਾਨੂੰ ਆਪਣਾ ਜਿਹੜਾ ਕ੍ਰੈਡਿਟ ਆ ਉਹ ਮੋਨੀਟਰ ਕਰਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ। ਤੇ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸੇ ਨੇ ਆਪਣਾ ਜੀ ਕੋਈ ਆਪਣੇ ਨਾਂ ਤੇ ਕੋਈ ਲੇਟ ਪੇਮੈਂਟ ਕੀਤੀ ਹੋ ਸਕੇ, ਕਿਸੇ ਬੰਦੇ ਨੇ ਕਿਸੇ ਏਜੰਸੀ ਨੇ ਆਪਣਾ ਕੀਤਾ ਫਾਈਲ ਕੀਤਾ ਹੋਵੇ ਵੀ ਭਾਈ ਇਹਦੀ ਲੇਟ ਪੇਮੈਂਟ ਆ ਜਾਂ ਜੋ ਵੀ ਹੈ। ਨਾਲੇ ਸਪੈਮ ਕਿੰਨੇ ਅੱਜ ਕੱਲ ਚੱਲਦੇ ਭਾਜੀ। ਸਮਰਾਈਜ਼ ਕਰਦੇ ਆਂ ਵੀ ਆਪਣੇ ਕੋਲ 5 ਮਿੰਟ ਰਹਿ ਗਏ, ਪਲੀਜ਼ ਜਲਦੀ ਕੁਐਸਚਨ, ਕਿਉਂਕਿ 8 ਤੋਂ ਲੈ ਕੇ 9 ਵਜੇ ਤੇ ਹੁੰਦਾ। ਤੇ ਬਾਬਾ ਬਲਵਿੰਦਰ ਸਿੰਘ, ਕੀ ਹਾਲ ਚਾਲ ਹੈ? ਤੁਸੀਂ ਵੀ ਕੋਈ ਕੁਐਸਚਨ ਹੋਵੇ ਤੁਹਾਡਾ, ਕੋਈ ਤੁਸੀਂ ਮਿਊਟ ਕੀਤਾ ਹੋਇਆ, ਤੁਹਾਡਾ ਮਿਊਟ ਆਵਾਜ਼ ਨਹੀਂ ਆ ਰਹੀ। ਹਾਂਜੀ, ਬਿਲਕੁਲ ਮੈਂ ਸੁਣ ਰਿਹਾ ਜੀ। ਸਾਰਾ ਬਹੁਤ ਅੱਛਾ ਪ੍ਰੋਗਰਾਮ ਦੇ ਰਹੇ ਸਾਰੇ ਵੀਰ, ਤੇ ਬੜੀ ਜਾਣਕਾਰੀ ਮਿਲ ਰਹੀ ਆ। ਜਿਵੇਂ ਹੁਣ ਬਸਰਾ ਸਾਹਿਬ ਨੇ ਕੀਤਾ ਕੁਐਸਚਨ, ਤੇ ਹੁਣ ਕ੍ਰੈਡਿਟ ਤਾਂ ਉਹਨੂੰ ਜਿੰਨਾ ਚਿਰ ਉਹਨੂੰ ਕੋਈ ਜੌਬ ਨਹੀਂ ਦੇਖਦੀ, ਕੋਈ ਕੰਮ ਕਾਜ ਨਹੀਂ ਦਿੰਦਾ, ਉਹਨਾਂ ਨੇ ਕ੍ਰੈਡਿਟ ਲਾਈਨ ਉੱਚੀ ਹੋਣੀ ਨਹੀਂ ਨਾ ਉਹਦੇ ਨਾਲ। ਤੇ ਬਾਕੀ ਵੀ ਬੈਂਕ ਵਾਲੇ ਉਸੇ ਹਿਸਾਬ ਨਾਲ ਹੀ ਉਹਨਾਂ ਨੂੰ ਡੀਲ ਕਰਨਾ। ਜੀ ਜੀ, ਇਹਦੇ ਬੈਂਕ ਵਾਲਿਆਂ ਨਾਲ ਜਿੱਦਾਂ ਵੀਰ ਜੀ ਕਹਿੰਦੇ ਬਹਿਣ ਤੇ ਉਹਨਾਂ ਨੂੰ ਸੋਲੂਸ਼ਨ ਉਹਨਾਂ ਕੋਲ ਵਧੀਆ ਮਿਲ ਸਕਦਾ। ਹਾਂਜੀ ਹਾਂਜੀ, ਉਹ ਪਰਸਨਲ, ਹਾਂਜੀ, ਉਹ ਡਾਕੂਮੈਂਟ ਚੈੱਕ ਕਰ ਸਕਦੇ, ਉਹਨਾਂ ਦੇ ਸਾਰਾ ਕੁਝ ਦੇਖ ਕੇ ਦੱਸ ਸਕਦੇ ਆ। ਤੇ ਇੱਕ ਆਪਣਾ ਇਸ ਚੀਜ਼ ਦੀ ਐਡਵਾਂਟੇਜ ਲੈ ਸਾਰੇ। ਹਾਂਜੀ ਠੀਕ ਹੈ, ਆਪਣਾ ਕ੍ਰੈਡਿਟ ਕਾਰਡ ਕ੍ਰੈਡਿਟ ਚੈੱਕ ਕਰ ਲਓ ਭਾਈ, ਤੁਹਾਡਾ ਸਕੋਰ ਹੋਊਗਾ ਫ੍ਰੀ ਆਨਲਾਈਨ ਕ੍ਰੈਡਿਟ ਚੈੱਕ ਕਰ ਸਕਦੇ ਆ। ਮੈਂ ਇੱਕ ਲਿੰਕ ਵੀ ਪਾ ਦੂੰਗਾ ਕਿੱਦਾਂ ਚੈੱਕ ਕਰਨੇ ਫ੍ਰੀ ਆਨਲਾਈਨ, ਤੁਸੀਂ ਚੈੱਕ ਕਰ ਸਕਦੇ ਹੋ। ਨਹੀਂ, ਜਿੱਦਾਂ ਆਪਣੇ ਕੋਲ ਆਪਣੇ ਟੀਮ ਮੈਂਬਰ ਇੰਨੇ ਜਿਨ੍ਹਾਂ ਨੇ ਜੁਆਇਨ ਕੀਤਾ ਵਾ, ਯੂ ਸ਼ੁਡ ਸ਼ੇਅਰ ਉਹਨਾਂ ਦਾ ਪਰਸਨਲ ਨੰਬਰ। ਜਦੋਂ ਇਹ ਉਹਨਾਂ ਨਾਲ ਕਾਲ ਕਰਨ ਜਾਂ ਉਹਨਾਂ ਕੋਲ ਜਾ ਕੇ ਮਿਲ ਸਕਦੇ ਆ, ਉਹ ਜ਼ਿਆਦਾ ਈਜ਼ੀ ਹੋ ਜਾਂਦਾ ਵਾ। ਜਿਹੜੀਆਂ ਉਹ ਹੁੰਦੀਆਂ ਨਾ, ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰ ਗੱਲ ਕੀਤੀ ਆ, ਜਿਹੜੀਆਂ ਕੰਪਨੀਜ਼ ਹੁੰਦੀਆਂ ਵਾ ਕੁਝ ਵੀ ਆ, ਉਹ ਤੁਹਾਨੂੰ ਫੇਰ ਹਨੇਰੇ 'ਚ ਰੱਖਣਗੇ, ਜਿੱਦਾਂ ਇਹ ਆਲਰੇਡੀ ਹਨੇਰੇ 'ਚ ਨੇ ਇੰਨੇ ਸਾਲਾਂ ਤੋਂ। ਸੋ ਜਦੋਂ ਆਪਾਂ ਕਿਸੇ ਨੂੰ ਪਰਸਨਲੀ ਮਿਲਦੇ ਆ, ਜਿੱਦਾਂ ਇਹ ਨਵੇਂ ਬਿਜ਼ਨਸ ਨੇ ਆਪਣੇ ਵੀਰ ਹਨਾ, ਤੇ ਇਹਨਾਂ ਨੂੰ ਪਰਸਨਲੀ ਮਿਲਣਗੇ, ਉਹ ਉਹਨਾਂ ਨੂੰ ਪਤਾ ਵਾ what can, because ਉਹਨਾਂ ਨੇ ਪਰਸਨਲੀ, ਤੁਸੀਂ ਏਜੰਟਸ ਨੂੰ ਮਿਲਣੇ 1000 ਕਿੰਨੇ ਲੋਕ ਹੀ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਨੂੰ ਡੀਲ ਕਰਦੇ ਆ, ਪਰ ਆਪਣੇ ਕੋਲ ਥੋੜੇ ਲਿਮਿਟਡ ਹੁੰਦੇ ਆ। ਜਿੱਦਾਂ ਕੋਈ ਵੀ ਨਵਾਂ ਆਪਾਂ ਬਿਜ਼ਨਸ ਸ਼ੁਰੂ ਕਰਦੇ ਆ, ਕੁਝ ਵੀ ਕਰਦੇ ਆ, ਸੋ ਵੀ ਕੈਨ ਹੈਲਪ ਮੋਰ। ਆਪਾਂ ਉਹਨਾਂ ਜ਼ਿਆਦਾ ਹੈਲਪ ਕਰ ਸਕਦੇ ਆ ਲਿਮਿਟਡ ਦੇ ਵਿੱਚ, ਜੇ ਆਪਾਂ ਪਰਸਨਲੀ ਮਿਲ ਸਕੀਏ ਤੇ ਆਪਾਂ ਐਟਲੀਸਟ ਇਹਨਾਂ ਤੇ ਕਰ ਸਕਦੇ ਹਾਂ। ਪਰਸਨਲੀ ਮਿਲ ਲਈਏ, ਆਪਣੇ ਲੋਨ ਪੇਪਰ ਜੋ ਵੀ ਅਗਰ ਤੁਸੀਂ ਲੈ ਕੇ ਜਾਓ ਉਹਨਾਂ ਨੂੰ ਮਿਲੋ, ਸਭ ਤੋਂ ਵਧੀਆ ਜਰੀਆ ਹੀ ਹੈ ਉਹ ਹੈ ਜੀ। ਹਾਂਜੀ, ਇੱਕ ਗੱਲ ਨਾ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿੱਦਾਂ ਪਹਿਲਾਂ ਗੱਲ ਹੋਈ ਸੀ ਕਿ ਇਸ ਜਿਵੇਂ ਵੀਰ ਨੇ ਗੱਲ ਕਰੀ ਆ, ਬੜੀ ਰਿਲੇਟਡ ਹੈ ਇਹਦੇ ਨਾਲ ਕਿ ਤੁਸੀਂ ਕਿੱਦਾਂ ਦੀਆਂ ਬੈਂਕਾਂ ਨਾਲ ਤੁਹਾਨੂੰ ਕੰਮ ਕਰਨਾ ਚਾਹੀਦਾ ਜੀ। ਹਾਂਜੀ ਹਾਂਜੀ, ਕਿ ਵੱਡੀਆਂ ਬੈਂਕਾਂ ਨਾਲ ਕਰਨਾ ਚਾਹੀਦਾ। ਮਤਲਬ 3 ਟੀਅਰ ਹੈਗੇ ਨੇ ਬੈਂਕਾਂ ਦੇ। ਇੱਕ ਤਾਂ ਹੋ ਗਈਆਂ ਮਤਲਬ ਕਿ ਜਿਹੜੀਆਂ ਬਿਗ ਹੈਗੀਆਂ ਨੇ, ਜਿਹੜੀਆਂ 1 ਟ੍ਰਿਲੀਅਨ ਟੋਟਲ ਜਿਨ੍ਹਾਂ ਦੇ ਐਸੈਟਸ ਹੈਗੇ ਨੇ, ਜਿੱਦਾਂ ਚੇਜ਼ ਹੋ ਗਈ, ਵੈਲਸ ਫਾਰਗੋ ਹੋ ਗਈ, ਬੈਂਕ ਆਫ ਅਮਰੀਕਾ ਹੋ ਗਈ, ਇਹ ਹੋ ਗਈਆਂ ਵੱਡੀਆਂ। ਤੇ ਬਾਕੀ ਰੀਜਨਲ ਆ ਜਾਂਦੀਆਂ ਨੇ ਬੈਂਕਾਂ, ਜਿੱਦਾਂ PNC ਹੋ ਗਈ, ਮਤਲਬ ਕਿ FTN ਹੋ ਗਈ। ਮੇਰੇ ਵਾਈਫ ਸਿਟੀਜ਼ਨਸ ਬੈਂਕ 'ਚ ਜੌਬ ਕਰਦੇ ਆ ਜੀ। ਹਾਂ, ਸਿਟੀਜ਼ਨਸ ਬੈਂਕ 'ਚ ਹਾਂਜੀ। ਤੇ ਇੱਕ ਹੋ ਗਈਆਂ ਉਸ ਤੋਂ ਥੱਲੇ ਵਾਲੀਆਂ ਜਿਹੜੀਆਂ ਹੈਗੀਆਂ ਨੇ ਕਮਿਊਨਿਟੀ ਬੈਂਕਸ, ਕਿ ਜਿਹੜੀਆਂ ਆਪਣੀ ਕਮਿਊਨਿਟੀ ਦੇ ਵਿੱਚ ਹੈਗੀਆਂ ਨੇ। ਸਭ ਤੋਂ ਜ਼ਿਆਦਾ ਜਿਹੜਾ ਆਪਾਂ ਨੂੰ ਨਾ ਫਾਇਦਾ ਹੁੰਦਾ, ਉਹ ਆਪਾਂ ਨੂੰ ਫਾਇਦਾ ਹੁੰਦਾ ਕਿ ਆਪਾਂ ਜਿਹੜੀਆਂ ਕਮਿਊਨਿਟੀ ਬੈਂਕਸ ਨੇ ਉਹਨਾਂ ਨਾਲ ਕੰਮ ਕਰੀਏ, ਲੋਨ ਲਈਏ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਤੁਹਾਨੂੰ ਨਾ ਪਰਸਨਲ ਤੁਹਾਨੂੰ ਸਰਵਿਸ ਮਿਲੂਗੀ। ਕਿ ਜੇ ਆਪਾਂ ਬੈਂਕ ਆਫ ਅਮਰੀਕਾ ਕੋਲੇ ਜਾਂਦੇ ਆ, ਚੇਜ਼ ਕੋਲੇ ਜਾਂਦੇ ਆ, ਉਹ ਉਹਨਾਂ ਲਈ ਤੁਸੀਂ ਸਿਰਫ ਇੱਕ ਨੰਬਰ ਹੋ ਉਹਨਾਂ ਦੀ ਬੈਲੈਂਸ ਸ਼ੀਟ ਤੇ। ਜਿਹੜੀ ਤੁਸੀਂ ਕਮਿਊਨਿਟੀ ਬੈਂਕ ਹੈ ਉਹਦੇ ਨਾਲ ਜੇ ਤੁਹਾਡੀ ਰਿਲੇਸ਼ਨਸ਼ਿਪ ਹੈਗੀ ਆ, ਉਹਨਾਂ ਲਈ ਤੁਸੀਂ ਬਹੁਤ ਤੁਹਾਡੀ ਵੈਲਿਊ ਹੈਗੀ ਆ। ਸੋ ਉਹ ਤੁਹਾਨੂੰ ਜਿਹੜੀ ਮੈਂ ਤੁਹਾਡੀ ਮੈਂ ਭਾਈ 1 ਮਿੰਟ ਲਊਂਗਾ ਇਸ ਚੀਜ਼ ਨੂੰ ਤੁਹਾਡੀ ਨੂੰ, ਕਿਉਂਕਿ ਮੇਰੇ ਵਾਈਫ ਸਿਟੀਜ਼ਨ ਬੈਂਕ 'ਚ ਕੰਮ ਕਰਦੇ ਆ,
ਬਟ ਐਜ਼ ਅ ਕਮਿਊਨਿਟੀ ਦਾ ਮੈਂ ਸੇਵਾਦਾਰ ਆ। ਜਿਹੜੀਆਂ ਆਹ ਬੈਂਕਸ ਜਿਹੜੀਆਂ ਤੁਸੀਂ ਦੱਸ ਰਹੇ ਹੋ, ਈਵਨ ਮੈਂ ਮੈਰੀਲੈਂਡ ਦੇ ਵਿੱਚ, ਇਹ ਨਹੀਂ ਕਿ ਆਪਣੀਆਂ ਹੀ ਲਾਈਕ ਆਪਣੇ ਦੇਸੀ ਬੰਦਿਆਂ ਦੀਆਂ ਹੋਣਗੀਆਂ, ਕਈ ਬੈਂਕਸ ਹੈਗੀਆਂ ਨੇ, ਜਿੱਦਾਂ ਕੀਜ਼ ਸਮਥਿੰਗ ਏਦਾਂ ਕਰਕੇ ਬੈਂਕਸ ਹੈਗੀਆਂ ਨੇ, ਜਿੱਦਾਂ ਸਾਡੇ ਮੈਰੀਲੈਂਡ ਦੇ ਵਿੱਚ ਸਾਡੇ ਕਈਆਂ ਥਾਵਾਂ ਤੇ ਸਾਡੇ ਹੈਗੇ ਆ ਰਿਸ਼ਤੇਦਾਰ ਭੈਣ ਭਰਾ, ਉਹਨਾਂ ਨੇ ਬਿਜ਼ਨਸ ਲਏ ਆ, ਉਹ ਲੋਕਲ ਬੈਂਕਾਂ ਤੋਂ ਲੈਂਦੇ ਆ, ਉਹਨਾਂ ਦੀ ਵਧੀਆ ਸਰਵਿਸ ਹੁੰਦੀ ਆ ਜੀ। ਠੀਕ ਹੈ ਸਾਰੇ ਭਾਜੀ, ਸਮਝ ਲੈਣ ਇਸ ਗੱਲ ਨੂੰ, ਜਿਹੜੀਆਂ ਲੋਕਲ ਬੈਂਕਸ ਹੁੰਦੀਆਂ। ਇੱਕ ਮਿੰਟ ਭਾਜੀ, ਮੈਂ ਦੱਸਾਂ, ਜੇ ਬਾਈ ਚਾਂਸ ਆਪਾਂ ਡਿਸਕਨੈਕਟ ਹੋ ਗਏ, ਕਿਉਂਕਿ ਮੇਰਾ 1 ਆਵਰ ਦਾ ਸੀ ਸੈਸ਼ਨ, ਜੇਕਰ ਬਾਈ ਚਾਂਸ ਡਿਸਕਨੈਕਟ ਹੋ ਗਏ ਤਾਂ ਆਪਾਂ ਦੁਬਾਰਾ ਫਿਰ ਕਨੈਕਟ ਹੋ ਸਕਦੇ ਆ। ਨੈਕਸਟ ਵੀਕ ਹਾਂਜੀ ਤੇ ਹਾਂਜੀ ਹੈਪੀ ਜਸਵੀਰ, ਨੈਕਸਟ ਵੀਕ ਕੰਟੀਨਿਊ ਨੈਕਸਟ ਵੀਕ ਕੰਟੀਨਿਊ ਕਰ ਲਾਂਗੇ, ਪਰ ਹੁਣ ਇਹ ਆ ਵੀ ਆਹ ਵੀਕ ਐ ਕਰੋ ਆਹ ਵੀਕ ਦਾ ਕੰਪਾਈਲ ਕਰ ਲਓ, ਕੀ ਸੀਗਾ ਆਪਣੇ ਪਿੰਦਰ ਭਾਜੀ ਇਹ ਚੀਜ਼ ਕੰਪਾਈਲ ਕਰ ਲੈਣਗੇ। ਨੈਕਸਟ ਵੀਕ ਆਪਾਂ ਇਹ ਚੀਜ਼ ਨੂੰ ਕੰਟੀਨਿਊ ਕਰ ਲਾਂਗੇ, ਬਹੁਤ ਇੰਪੋਰਟੈਂਟ ਟੌਪਿਕ ਹੈਗਾ। ਹੋਰ ਵੀ ਜਿਹੜੇ ਆਪਣੇ ਸੱਜਣ ਚਾਹੁੰਦੇ ਨੇ ਤੇ ਉਹ ਇਹ ਚੀਜ਼ ਤੋਂ ਫਾਇਦਾ ਉਠਾ ਸਕਦੇ ਨੇ। ਭਾਜੀ ਤੁਸੀਂ ਥੋੜਾ ਕੰਪਾਈਲ ਕਰੋ ਪਿੰਦਰ ਜੀ। ਹਾਂਜੀ ਹਾਂ, ਕੋਈ ਗੱਲ ਨਹੀਂ, ਮਤਲਬ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੁਆਇਨ ਕਰਕੇ। ਅਸੀਂ ਪਹਿਲਾਂ ਜੁਆਇਨ ਆਪਸ ਵਿੱਚ ਕਰਦੇ ਰਹਿੰਦੇ ਹਾਂ, ਪਰ ਉਹ ਸਾਡਾ ਥੋੜਾ ਜਿਹਾ ਉਹ ਟੌਪਿਕ ਹੋਰ ਹੁੰਦੇ ਨੇ, ਪਰ ਇਹ ਵੀ ਬੜਾ ਵਧੀਆ ਲੱਗਿਆ। ਕੋਈ ਨਹੀਂ, ਆਪਾਂ ਕਰਦੇ ਰਹਾਂਗੇ। ਤੇ ਕੰਪਾਈਲ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਆਪਾਂ ਟੌਪਿਕ ਤਾਂ ਮੇਰੇ ਖਿਆਲ ਅੱਜ ਦੀ ਮੀਟਿੰਗ ਦਾ ਆਪਣਾ ਰੀਅਲ ਸਟੇਟ ਦਾ ਸੀਗਾ, ਕਿ ਬਾਇੰਗ ਸੈਲਿੰਗ ਰੀਫਾਈਨੈਂਸਿੰਗ, ਤੇ ਆਪਾਂ ਜ਼ਿਆਦਾ ਟਾਈਮ ਮੇਰੇ ਖਿਆਲ ਰੀਫਾਈਨੈਂਸਿੰਗ ਤੇ ਕਰ ਲਿਆ। ਹਾਂਜੀ ਪਰ ਚਲੋ ਬੜਾ ਵਧੀਆ ਹੋਇਆ। ਸੋ ਸਾਰਿਆਂ ਨੂੰ ਹੀ ਜਿਨ੍ਹਾਂ ਦਾ ਆਪਣੇ ਕੋਲ ਕ੍ਰੈਡਿਟ ਹੈਗਾ, ਆਪਣੀ ਕਰੰਟ ਇਨਕਮ ਹੈਗੀ ਆ, ਉਹਨਾਂ ਨੂੰ ਨਾ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਮਾਰਕੀਟ ਦਾ, ਕਿ ਆਪਾਂ ਨੂੰ ਰੇਟ 2.5-3% ਤੱਕ ਮਿਲ ਰਹੇ ਨੇ, ਤੇ ਆਪਾਂ ਉਹ ਚੀਜ਼ ਦਾ ਫਾਇਦਾ ਲਈਏ। ਉਹਦੇ ਵਿੱਚ ਜਿਵੇਂ ਮੈਂ ਦੱਸਿਆ ਸੀ ਕਿ ਲੋਨ ਟੂ ਵੈਲਿਊ ਦੇਖਦੇ ਆ, ਉਹ ਡੈਟ ਟੂ ਇਨਕਮ ਦੇਖਦੇ ਆ, ਤੇ ਕ੍ਰੈਡਿਟ ਸਕੋਰਸ ਹੋ ਗਏ। ਤੇ ਉਦੋਂ ਬਾਅਦ ਦੇ ਵਿੱਚ ਲਿਕੁਇਡਿਟੀ ਬਾਰੇ ਕਿਹਾ ਸੀਗਾ ਕਿ ਲਿਕੁਇਡਿਟੀ ਬਹੁਤ ਮੈਟਰ ਕਰਦੀ ਆ, ਤੁਹਾਡੇ ਕੋਲ ਕਿੰਨੇ ਪੈਸੇ ਪੈ ਨੇ ਕੰਮ। ਸੋ ਉਸ ਤੋਂ ਇਲਾਵਾ ਆਪਾਂ ਅਗਲੀ ਚੀਜ਼ ਇਹ ਕੀਤੀ ਸੀ ਡਿਸਕਸ ਕਿ ਕਿੱਦਾਂ ਦੀਆਂ ਬੈਂਕਾਂ ਨਾਲ ਆਪਾਂ ਨੂੰ ਕੰਮ ਕਰਨਾ ਚਾਹੀਦਾ ਲਾਸਟ ਤੇ। ਸੋ ਮਤਲਬ ਕਿ ਸਮਰਾਈਜ਼ ਤਾਂ ਆਪਾਂ ਏਦਾਂ ਹੀ ਕਰ ਸਕਦੇ ਹਾਂ। ਤੇ ਹੁਣ ਆਪਾਂ ਕੰਟੀਨਿਊ, ਮਤਲਬ ਜਿਵੇਂ ਵੀ ਤੁਹਾਨੂੰ ਠੀਕ ਲੱਗੇ। ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਕਿ ਟਾਈਮ ਦਾ ਥੋੜਾ ਜਿਹਾ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਹਮੇਸ਼ਾ ਮੈਂ ਕਨੈਕਟ ਕਰਦਾ ਰਹਾਂ। ਠੀਕ ਹੈ ਜੀ ਆਪਾਂ ਉਸ ਤਰ੍ਹਾਂ ਨਾਲ ਆਪਾਂ ਸਵਿਚ ਵੀ ਕਰ ਸਕਦੇ ਹਾਂ ਵੀਕ ਟੂ ਵੀਕ। ਠੀਕ ਹੈ ਭਾਜੀ, ਥੈਂਕ ਯੂ ਤੁਹਾਡਾ ਇੰਨਾ ਵਧੀਆ ਲਿਆਉਂਦਾ ਸਾਹਮਣੇ ਸਾਰੀ ਇਨਫੋਰਮੇਸ਼ਨ, ਜਿਹੜੀ ਇਸ ਟਾਈਮ ਆਪਣੀ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਇਸੇ ਕਰਕੇ ਮੈਂ ਵੀ ਕਿਤੇ ਸੀਗਾ, ਆ ਕੇ ਗੱਡੀ 'ਚ ਬਹਿ ਕੇ ਗੱਲ ਕਰ ਰਿਹਾ ਵਾ ਮੈਂ ਕਿਤੇ, ਲਾਈਕ ਕਿਉਂਕਿ ਮੈਨੂੰ ਵਧੀਆ ਲੱਗਾ ਕਿ ਹੌਸਲਾ ਚਾਹੀਦਾ ਨਹੀਂ ਚਾਹੀਦਾ। ਹਾਂਜੀ, ਕਿਉਂਕਿ ਮੋਸਟਲੀ ਆਪਣੇ ਬੰਦੇ ਜਿੰਨੇ ਵੀ ਹੈਗੇ ਆ, ਉਹਨਾਂ ਦੇ ਵਿੱਚੋਂ ਮੇਰੇ ਖਿਆਲ 'ਚ ਇਸ ਵੇਲੇ ਜਿੰਨੇ ਵੀ ਆਪਣੇ ਨਾਲ ਜੁਆਇਨ ਆ, ਜਾਂ ਵੈਸੇ ਵੀ ਜਿਹੜੇ ਜੁਆਇਨ ਨਹੀਂ ਹੈਗੇ, ਮੇਰੇ ਖਿਆਲ ਦੇ ਵਿੱਚ ਵੀ 80 to 90% ਬੰਦੇ ਚਾਹਣਗੇ ਕਿ ਰੀਫਾਈਨੈਂਸ ਕਰਵਾਇਆ ਜਾਵੇ, ਰਾਈਟ। ਹਾਂ, ਤਾਂ ਇਸ ਕਰਕੇ ਰੀਫਾਈਨੈਂਸ ਦੀ ਮੈਂ ਗੱਲ ਤਾਂ ਕੀਤੀ ਹੈ ਕਿਉਂਕਿ ਸਾਰਿਆਂ ਨੂੰ ਇਸ ਵੇਲੇ ਦੀ ਜ਼ਰੂਰਤ ਹੈ, ਕੋਈ ਵੀ ਨਹੀਂ ਜ਼ਿਆਦਾ ਵਿਆਜ ਦੇਣਾ ਚਾਹੁੰਦਾ, ਠੀਕ ਹੈ ਨਾ। ਇਸ ਕਰਕੇ ਸਾਰਿਆਂ ਨੂੰ ਇਹ ਗੱਲ ਦੀ ਪ੍ਰੋਬਲਮ ਆਉਣੀ ਹੈ ਕਿ ਰੀਫਾਈਨੈਂਸ ਕਰਵਾਇਆ ਕਿੱਦਾਂ ਜਾਵੇ। ਹਰੇਕ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਹੈਗਾ। ਸੋ ਮੇਰਾ ਮਕਸਦ ਇਹ ਸੀਗਾ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚੇ ਕਿਸੇ ਵੀ ਤਰ੍ਹਾਂ ਕਰਕੇ। ਬਿਲਕੁਲ ਜੀ, ਬਿਲਕੁਲ ਭਾਜੀ, ਮੈਂ ਤਾਂ ਰੈਡੀ ਹੈਗਾ ਰੀਫਾਈਨੈਂਸ ਕਰਾਉਣ ਨੂੰ, ਤੇ ਜੇ ਕਿਤੇ ਮੈਨੂੰ ਹੈਲਪ ਮਿਲੇ ਤਾਂ ਦੈਟ ਵਿਲ ਬੀ ਰੀਅਲੀ ਐਪਰੀਸ਼ੀਏਟਡ। ਕਰੋ ਭਾਜੀ, ਆ ਤੁਹਾਨੂੰ ਥੋੜਾ ਮੌਕਾ ਘੱਟ ਮਿਲਿਆ, ਤੁਸੀਂ ਲੇਟ ਆਏ ਨਾਲੇ। ਭਾਜੀ ਸਾਡੇ ਹਮੇਸ਼ਾ ਹੁੰਦੇ ਆ ਸਾਡੇ ਨਾਲ। ਲੱਗ ਰਿਹਾ ਹੈਗਾ ਕਈ ਵਾਰੀ ਕੈਂਸਲ ਹੋ ਜਾਂਦਾ। ਸੋ ਚਲੋ ਐਨੀਵੇਜ਼ ਭਾਜੀ, ਬਹੁਤ ਸੋਹਣਾ, ਥੈਂਕ ਯੂ ਜੱਸੀ ਭਾਜੀ, ਐਡਾ ਸੋਹਣਾ ਤੁਹਾਡਾ ਉਪਰਾਲਾ ਹੋਇਆ। ਹਰ ਬੰਦੇ ਨੂੰ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਹੈ। ਇੰਨਾ ਕੁਛ ਜਿੰਨਾ ਹੈਗਾ ਉਹ 10 ਬੰਦਿਆਂ ਕੋਲ ਜਿਹੜੀ ਇਨਫੋਰਮੇਸ਼ਨ ਆਉਣੀ ਹੈ ਆਪਣੀ ਕਮਿਊਨਿਟੀ ਦੇ ਵਿੱਚ, ਇਹ ਬੜੀ ਬਹੁਤ ਵਧੀਆ ਗੱਲ ਹੈ। ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਸੁਣ ਕੇ ਕੁਐਸਚਨ ਸੁਣਦੇ ਹਾਂ ਆਪਾਂ, ਤੇ ਬਹੁਤ ਜ਼ਿਆਦਾ ਵੈਲਿਊਏਬਲ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਹੁੰਦਾ ਹੈ। ਇਹ ਬਹੁਤ ਸੋਹਣਾ ਉਪਰਾਲਾ ਜੱਸੀ ਭਾਜੀ, ਥੈਂਕ ਯੂ ਵੈਰੀ ਮਚ ਫॉर ਦਿਸ ਕਾਲ। ਥੈਂਕ ਯੂ ਐਵਰੀਬਾਡੀ ਫॉर ਜੁਆਇਨਿੰਗ। ਆਪਾਂ ਨੈਕਸਟ ਵੀਕ ਇਹਨੂੰ ਵੀ ਕੰਟੀਨਿਊ ਰੱਖਾਂਗੇ, ਤੇ ਮੇਰਾ ਖਿਆਲ ਹੈ ਸੰਡੇ ਹੋਊਗਾ, ਤੇ ਬਾਕੀ ਜੇ ਚਾਹੁੰਦੇ ਹੋਏ ਤਾਂ ਆਪਾਂ ਸੈਟਰਡੇ ਵੀ ਕਰ ਸਕਦੇ ਹਾਂ। ਪਰ ਐਵਰੀਬਾਡੀ ਥੈਂਕਸ ਫॉर ਜੁਆਇਨਿੰਗ। ਥੈਂਕ ਯੂ ਜੱਸੀ ਭਾਈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਓਕੇ ਜੀ, ਥੈਂਕ ਯੂ ਵੈਰੀ ਮਚ ਐਵਰੀਬਾਡੀ। ਥੈਂਕ ਯੂ ਭਾਜੀ, ਥੈਂਕ ਯੂ ਜੀ ਵੈਰੀ ਮਚ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।